ਸੋਰਠ ਮਹਿਲਾ ਪਹਿਲਾ। ਘਰ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਜਾਂ ਤਿਸ ਭਾਵਾ ਤਦ ਹੀ ਗਾਵਾ। ਤਾਂ ਗਾਵੇ ਕਾ ਫਲ ਪਾਵਾ। ਜਾਂ ਤਿਸ ਭਾਵਾ ਤਦ ਹੀ ਗਾਵਾ। ਤਾਂ ਗਾਵੇ ਕਾ ਫਲ ਪਾਵਾ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਮਨ ਮੇਰੇ ਗੁਰ ਬਚਨੀ ਨਿਧ ਪਾਈ। ਤਾਤੇ ਸੱਚ ਮਹਿ ਰਹਿਆ ਸਮਾਈ। ਰਹਾਉ ਗੁਰ ਸਾਖੀ ਅੰਤਰ ਜਾਗੀ। ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ। ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਨੀ ਮਨ ਲਾਗਾ। ਤਾਂ ਜਮ ਕਾ ਮਾਰਗ ਭਾਗਾ। ਭੈ ਵਿੱਚ ਨਿਰਭਉ ਪਾਇਆ। ਤਾਂ ਸਹਜੈ ਕੈ ਘਰ ਆਇਆ। ਭਣਤ ਨਾਨਕ ਬੁਝੈ ਕੋ ਵਿਚਾਰੀ। ਇਸ ਜਗ ਮਹਿ ਕਰਣੀ ਸਾਰੀ। ਕਰਣੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਕਰਣੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਦੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕਰਕੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਤੇ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਇਸ ਸਥਾਨ ਤੇ ਸੱਚੇ ਸਾਹਿਬ ਦੀ ਰਹਿਮਤ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਵਿਚਾਰ ਸ਼ਬਦ ਕਰਕੇ ਪ੍ਰਾਪਤ ਹੋਇਆ ਤੇ ਅੱਜ ਮਹਾਰਾਜ ਨੇ ਕੁਝ ਖੁਲਾਸਾ ਕੀਤਾ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੇ ਲਾਇਆ। ਸਾਰਾ ਸੰਸਾਰ ਜਿਸ ਨੇ ਬਣਾਇਆ ਹੈ ਉਹੀ ਤੇ ਦੇਖ ਰਿਹਾ।
ਅਤੇ ਉਸੇ ਕਰਤਾ ਪੁਰਖ ਨੇ ਜਗਤ ਨੂੰ ਧੰਦੇ ਲਾਇਆ ਹੋਇਆ। ਸਾਡੇ 'ਚੋਂ ਹਰ ਕੋਈ ਜੀ ਜਿਹਦੇ ਵਿੱਚ ਉਸਨੇ ਪ੍ਰਾਣ ਕਲਾ ਪਾ ਕੇ ਚੇਤਨ ਕਲਾ ਬਖਸ਼ਿਸ਼ ਕੀਤੀ ਹੈ, ਕਿਸੇ ਨਾ ਕਿਸੇ ਆਹਰ ਵਿੱਚ ਰੁੱਝਿਆ ਪਿਆ ਹੈ। ਜੇ ਅਸੀਂ ਗੌਰ ਨਾਲ ਵੇਖਾਂਗੇ ਨਾ ਤਾਂ ਇੱਥੇ ਨਿੱਕੇ ਤੋਂ ਨਿੱਕਾ ਜੀ, ਜਿਹਨੂੰ ਆਪਾਂ ਨਖਿੱਧ ਕਹਿੰਦੇ ਹਾਂ, ਉਹ ਵੀ ਵਿਹਲਾ ਨਹੀਂ ਬੈਠਾ। ਹੋਰ ਕੁਝ ਨਹੀਂ ਤਾਂ ਮਿੱਟੀ ਪੁੱਟੀ ਜਾਂਦਾ ਹੈ, ਹੋਰ ਕੁਝ ਨਹੀਂ ਤਾਂ ਉਹ ਕਿਸੇ ਲੱਕੜ 'ਚ ਚੁੰਝੀ ਮਾਰੀ ਜਾਂਦਾ ਹੈ, ਕੁਛ ਤਾਂ ਕਰੀ ਜਾਂਦਾ ਹੈ। ਭਾਵੇਂ ਉਹਦੇ ਕੀਤੇ ਹੋਏ ਕਰਤੱਵ ਨੂੰ ਦੁਨੀਆ ਦੇ ਜੀਆਂ ਨੇ ਮੰਨਿਆ ਅਤੇ ਭਾਵੇਂ ਨਹੀਂ ਮੰਨਿਆ, ਪਰ ਉਹ ਕੁਝ ਕਰ ਰਿਹਾ ਹੈ। ਭਾਵੇਂ ਉਹਦੇ ਕੋਲ ਜਵਾਬ ਹੀ ਨਹੀਂ, ਪਰ ਕਰੀ ਜਾਂਦੇ। ਅਧਿਆਤਮਿਕ ਦੇ ਪਿਆਰੇ ਕਹਿੰਦੇ ਨੇ ਕਿ ਹੁਕਮ ਹੈ। ਅੱਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਕੀ ਜੋਤ ਵਿੱਚ ਸ੍ਰੀ ਗੁਰੂ ਜੋਤ ਸਿੰਘ ਇਹੀ ਕਹਿ ਰਹੇ ਨਾ ਕਿ ਇਹ ਹੁਕਮ ਹੈ ਭਾਈ। ਇਹ ਹਰ ਇੱਕ ਜੀਅ ਨੂੰ ਕਿਤੇ ਨਾ ਕਿਤੇ ਉਸਨੇ ਕਿਸੇ ਆਹਰ ਵਿੱਚ ਲਾ ਦਿੱਤਾ ਹੈ, ਤਾਂ ਕਿ ਕੋਈ ਇਹ ਨਾ ਕਹਿ ਲੈ ਜੀ ਫਲਾਣਾ ਤਾਂ ਵਿਹਲਾ ਹੀ ਖਾਂਦਾ ਹੈ। ਨਹੀਂ, ਸਾਡੇ 'ਚ ਵੇਖੀਏ ਕੋਈ ਨਿੰਦਾ ਹੀ ਕਰੀ ਜਾਂਦਾ ਹੈ, ਕੋਈ ਜਪੀ ਜਾਂਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਦੀ ਨਿੰਦਾ ਕਰੀ ਜਾਂਦਾ ਹੈ। ਦੋਨੋਂ ਕੰਮ ਕਰੀ ਜਾਂਦੇ ਨੇ। ਇੱਕ ਪ੍ਰੇਮ ਦੇ ਨਾਲ ਭਗਤੀ ਕਰੀ ਜਾਂਦਾ, ਦੂਜਾ ਉਹਦੀ ਨਿੰਦਾ ਕਰੀ ਜਾਂਦਾ। ਦੋਨੋਂ ਰੁੱਝੇ ਪਏ ਨੇ। ਇੱਕ ਦੀਵਾ ਜਗਾਉਣਾ ਹੁੰਦਾ, ਇੱਕ ਦੀਵਾ ਬੁਝਾਉਣਾ ਹੁੰਦਾ। ਇਹ ਕਰਦੇ ਨੇ, ਔਰ ਇਹੀ ਕਰਤੇ ਦੀ ਕੁਦਰਤ ਹੈ। ਇਹਦੇ ਵਿੱਚ ਜਿਤਨਾ ਸਾਨੂੰ ਜੀਵਨ ਮੰਡਲ ਦੇ ਵਿੱਚ ਕਰਤਾ ਪੁਰਖ ਨੇ ਚੇਤਨਾ ਬਖਸ਼ੀ ਹੈ। ਯਾਦ ਰੱਖਣਾ, ਦੋ ਕਲਾਵਾਂ ਕਰਤਾ ਪੁਰਖ ਨੇ ਸਾਰੇ ਜੀਵਨ ਨੂੰ ਦਿੱਤੀਆਂ ਨੇ। ਪ੍ਰਾਣ ਦੀ ਕਲਾ, ਜਿਵੇਂ ਪ੍ਰਾਣ ਸ਼ਕਤੀ ਕਹੀ ਨੇ, ਸਭ ਨੂੰ ਦਿੱਤੀ ਹੈ। ਉਸ ਪ੍ਰਾਣ ਦੀ ਸ਼ਕਤੀ ਦੇ ਸਦਕੇ ਹਰਕਤ, ਐਕਟੀਵਿਟੀ ਹਰ ਇੱਕ ਨੂੰ ਦਿੱਤੀ ਹੈ, ਉਹ ਮਿਲੀ ਹੈ। ਉਹ ਨਹੀਂ ਇਸ ਬਦਲ ਪਾ ਰਿਹਾ ਹੈ, ਕੁਦਰਤ ਹੈ। ਹੌਲੀ ਹੌਲੀ ਉਸਨੇ ਜੀਵਾਂ ਦੇ ਵਿੱਚ ਇੱਕ ਤੀਜੀ ਚੀਜ਼ ਪਾਈ ਹੈ, ਚੇਤਨਾ, ਜਿਹਨੂੰ ਆਪਾਂ ਕਿਤੇ ਕਿਤੇ ਸਮਝ ਕਹਿੰਦੇ ਹਾਂ, ਬੋਧ ਕਹਿੰਦੇ ਹਾਂ। ਉਹ ਹੌਲੀ ਹੌਲੀ ਵੱਧ ਰਹੀ ਹੈ ਨਹੀਂ ਕਿ ਕੀਟ ਜਗਤ ਵਿੱਚ ਵੀ ਹੈ, ਉਹਨਾਂ ਨੂੰ ਸਮਝ ਹੈ। ਕੁਝ ਚੀਜ਼ਾਂ ਦੀ ਸਮਝ ਕੀੜੇ ਪਤੰਗਿਆਂ ਨਹੀਂ ਬਹੁਤ ਸਮਝ। ਸਾਡੇ ਤੋਂ ਜ਼ਿਆਦਾ ਕਈ ਥਾਵਾਂ 'ਤੇ ਅਸੀਂ ਤਾਂ ਗਲਤੀ ਕਰ ਜਾਂਗੇ, ਪਰ ਉਹ ਗਲਤੀ ਨਹੀਂ ਕਰਦੇ। ਭਾਵੇਂ ਉਹਨਾਂ ਦੀ ਸਮਝ ਇੱਕ ਪੁਆਇੰਟ 'ਤੇ ਹੀ ਹੁੰਦੀ ਹੈ, ਪਰ ਹੌਲੀ 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 ਇਹ ਸਮਝ ਦਾ ਵਿਕਾਸ ਹੈ। ਅਤੇ ਜਦੋਂ ਕੋਈ ਜੀਅ ਇਸ ਸਮਝ ਦੇ ਪੂਰਨ ਸਿਖਰ 'ਤੇ ਪਹੁੰਚ ਜਾਂਦਾ ਹੈ, ਫਿਰ ਉਹ ਚੇਤਨਾ ਦੇ ਕਰਤੇ ਵਿੱਚ ਵਿਲੀਨ ਹੋ ਜਾਂਦਾ, ਜਿਸ ਨੂੰ ਮਹਾਤਮਾ ਬੁੱਧ ਨੇ ਬੋਧ ਪ੍ਰਾਪਤ ਕਰਨਾ ਕਿਹਾ, ਬੁੱਧਤਵ। ਮਹਾਤਮਾ ਕਹਿੰਦੇ ਬੁੱਧਤਵ ਉੱਥੇ ਪਹੁੰਚ ਗਿਆ, ਅਤੇ ਸਾਡੇ ਸਤਿਗੁਰੂ ਕਹਿੰਦੇ ਇਹ ਗੁਰਮੁਖ ਬਣ ਗਿਆ। ਹੁਣ ਇਹ ਸੰਤ ਹੋ ਗਿਆ। ਰਾਮ ਸੰਤ ਮਹਿ ਭੇਦ ਕਿਛ ਨਾਹੀ। ਹੁਣ ਇਹ ਸੰਤ ਹੋ ਗਿਆ, ਬਿਲਕੁਲ ਸ਼ਾਂਤ ਹੋ ਗਿਆ, ਅਹਿਲ ਅਡੋਲ। ਹੁਣ ਉਹਦੀ ਚੇਤਨਾ ਨਹੀਂ ਡੋਲਦੀ। ਸਰੀਰ ਤਾਂ ਚੱਲਦਾ ਹੀ ਹੈ। ਸਰੀਰ ਨੇ ਆਪਣੇ ਜੋ ਐਕਟੀਵਿਟੀਜ਼ ਮਿਲੀਆਂ ਨੇ, ਜੋ ਸਰੀਰ ਨੇ ਆਪਣੇ ਕਰਮ ਕਰਨੇ ਆ। ਬਸ ਇਹੀ ਸਮਝਣਾ ਸਿੱਖੀ ਹੈ ਕਿ ਅਸੀਂ ਆਪਣੇ ਸਰੀਰਕ ਕਿਰਿਆਵਾਂ, ਜੋ ਕੁਝ ਵੀ ਸਾਨੂੰ ਘਰ ਪਰਿਵਾਰ ਕਰਕੇ, ਰਿਜ਼ਕ ਰੋਟੀ ਕਰਕੇ ਮਿਲੀਆਂ, ਕਰਦੇ ਰਹੀਏ, ਪਰ ਉਹਦੇ ਵਿੱਚ ਜੋ ਸਾਡਾ ਨਿੱਜ ਸਰੂਪ ਹੈ ਉਸ ਨੂੰ ਸਮਝੀਏ, ਉਸ ਨੂੰ ਮੈਲੇ ਹੋਣ ਤੋਂ ਬਚਾਈਏ। ਜੇ ਮੈਲਾ ਹੋ ਗਿਆ ਤਾਂ ਉਸ ਨੂੰ ਨਿਰਮਲ ਕਰੀਏ। ਇਹ ਦੋ ਚੀਜ਼ਾਂ ਅਸੀਂ ਕਰਨੀਆਂ ਨੇ। ਜੋ ਪਿੱਛੇ ਮੈਲ ਲੱਗ ਚੁੱਕੀ ਹੈ ਉਹ ਮੈਲ ਧੋਣੀ ਹੈ, ਅਤੇ ਅਗਾਂਹ ਯਤਨ ਕਰਨਾ ਕਿ ਮੈਲ ਨਾ ਲੱਗੇ। ਇੰਝ ਹੌਲੀ ਹੌਲੀ ਪਿਛਲੀ ਮੈਲ ਘਟਦੀ ਜਾਏਗੀ। ਜਿਹਨੂੰ ਬੜਾ ਰਹੱਸਵਾਦੀ ਤਰੀਕੇ ਨਾਲ ਮਹਾਰਾਜ ਦਾ ਬਚਨ ਮਿਲਦਾ ਹੁੰਦਾ ਹੈ, ਭਾਈ ਸੱਤੀ ਪਹਿਰੀ ਸੱਤ ਭਲਾ। ਸਾਡੇ ਕੋਲ ਕੁਝ ਸਮਾਂ ਹੁੰਦਾ ਨਾ, ਜਿਹਨੂੰ ਕਹਿੰਦੇ ਸਿਆਣੇ ਵੀ ਇੱਕ ਪਹਿਰ ਤੇ ਭਾਈ ਘੱਟੋ ਘੱਟ ਤੁਹਾਨੂੰ ਆਪਣੇ ਦਿਨ ਵਿੱਚੋਂ ਇੱਕ ਪਹਿਰ 3 ਘੰਟੇ ਭਗਤੀ ਦੇ ਵਿੱਚ ਲਾਉਣੇ ਚਾਹੀਦੇ ਨੇ। ਜਦੋਂ ਤੁਹਾਡੇ ਕਰਮ ਕਿਸੇ ਪ੍ਰਕਾਰ ਵੀ ਮਾੜੇ ਨਾ ਹੋਵਣ, ਉਹ ਤਾਂ ਤੁਹਾਨੂੰ ਕਰਨਾ ਪੈਣਾ। ਇੱਕ ਪਹਿਰ ਤੇ ਅਸੀਂ ਕਰਤੇ ਦੇ ਨਾਂ 'ਤੇ ਲਾ ਦਈਏ 3 ਘੰਟੇ, ਬਾਕੀ ਸਾਡੇ ਕੋਲ ਬਚੇ 21 ਘੰਟੇ, 7 ਪਹਿਰ। 7 ਪਹਿਰਾਂ ਨੂੰ ਅਸੀਂ ਕਾਰ ਵਿਹਾਰ ਸੰਸਾਰ ਦੇ ਵਰਤਣੇ ਕਰਨੇ ਨੇ। ਕਹਿਣ ਲੱਗੇ ਫਿਰ ਉਹਦੇ ਵਿੱਚ ਭਲੇ ਪੁਰਖਾਂ ਦਾ ਸੰਗ ਰੱਖੀ। 7 ਪਹਿਰੀ 7 ਭਲਾ। ਉੱਥੇ ਭਲਾ ਚੰਗਾ ਕੀ ਹੈ? 7। ਫਿਰ 7 ਨੂੰ ਪ੍ਰਾਪਤ ਕਰਨ ਲਈ ਕੀ ਕਰਾਂ? ਕਹਿਣ ਲੱਗੇ ਬਹੀ ਹੈ ਪੜ੍ਹਿਆ ਪਾਸ।
ਪੜ੍ਹਿਆਂ ਦਾ ਮਤਲਬ ਸਿਆਣੇ, ਜਿਹਨੂੰ ਜੀਵਨ ਦੀ ਸਮਝ ਹੈ। ਉਹਨਾਂ ਦੀ ਸੰਗਤ ਵਿੱਚ ਬੈਠ, ਉੱਥੇ ਕੀ ਹੋਏਗਾ? ਉੱਥੇ ਪਾਪ ਪੁੰਨ ਵਿਚਾਰੀਐ, ਉੱਥੇ ਚੰਗੇ ਅਤੇ ਮੰਦੇ ਦੀ ਗੱਲ ਹੋਏਗੀ, ਚੰਗੇ ਅਤੇ ਮੰਦੇ ਦੀ ਪਰਖ ਹੋਏਗੀ, ਅਤੇ ਨਤੀਜਾ ਕੀ ਮਿਲੇਗਾ? ਕੂੜਾ ਘਟੈ, ਕੂੜ ਘਟੇਗਾ, ਸਾਡੇ ਅੰਦਰ ਮੈਲ ਘਟੇਗੀ। ਕੂੜਾ ਘਟੈ ਰਾਸ, ਹੌਲੀ ਹੌਲੀ ਸਾਡੀ ਕੂੜ ਦੀ ਢੇਰੀ ਘਟਦੀ ਜਾਏਗੀ, ਕੂੜ ਦਾ ਬੋਝ ਘਟਦਾ ਜਾਏਗਾ, ਮੈਲ ਉਤਰਦੀ ਜਾਏਗੀ, ਅਤੇ ਫਿਰ ਇੱਕ ਦਿਨ ਹੋਏਗਾ ਨਿਰਮਲ ਹੋ ਜਾਵਾਂਗੇ। ਬਸ ਇੰਨਾ ਹੀ ਤੇ ਕੰਮ ਹੈ। ਅਤੇ ਜਿਸ ਦਿਨ ਨਿਰਮਲ ਹੋ ਗਏ, ਕਿਉਂਕਿ ਨਿਰਮਲ ਤੇ ਹੀ ਨਿਰਮਲ ਹੋਵਾਂਗੇ ਨਾ, ਅਤੇ ਜਿਸ ਦਿਨ ਅਸਾਂ ਪੂਰਨ ਨਿਰਮਲਤਾ ਨੂੰ, ਸ਼ੁੱਧਤਾ ਨੂੰ ਪ੍ਰਾਪਤ ਕਰ ਲਿਆ, ਉਸ ਦਿਨ ਅਸੀਂ ਮੁਕਤ ਹੋ ਜਾਵਾਂਗੇ। ਸਾਡੇ ਜੀਵਨ ਦਾ ਮਕਸਦ ਇਤਨਾ ਕੁ ਹੈ ਨਾ, ਉਸ ਦਿਨ ਅਸੀਂ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਵਾਂਗੇ। ਅਸੀਂ ਸੱਚੇ ਸਾਹਿਬ ਦੇ ਨਾਲ ਸੰਬੰਧਿਤ ਹੋ ਕੇ ਉਹਦੇ ਵਿੱਚ ਲੀਨ ਹੋ ਜਾਵਾਂਗੇ। ਅਸੀਂ ਤੇ ਕਰਨਾ ਹੈ। ਔਰ ਇਹੀ ਗੱਲਾਂ ਹੌਲੀ ਹੌਲੀ ਇਸ ਪਾਵਨ ਬਚਨ ਜੋ ਸ਼ਬਦ ਹੈ, ਇਹਦੇ ਸਦਕੇ ਸਮਝਣ ਦਾ ਯਤਨ ਕਰ ਰਹੇ ਹਾਂ। ਗੁਰੂ ਮਹਾਰਾਜ ਸਾਨੂੰ ਲੜੀ ਦੇ ਰਾਹੀਂ ਇਹ ਸਮਝਾ ਰਹੇ ਨੇ। ਕੱਲ੍ਹ ਆਪਾਂ ਵਾਚ ਰਹੇ ਸਾਂ, ਜਦੋਂ ਕਰਤੇ ਦੀ ਕਿਰਪਾ ਹੁੰਦੀ ਹੈ ਅਤੇ ਗਾਵਣਾ ਮਿਲਦਾ ਹੈ, ਜਿਹਨੂੰ ਅਸੀਂ ਕਹਿੰਦੇ ਕੀਰਤਨ। ਇੱਕ ਬੇਨਤੀ ਕਰਾਂ, ਕੀਰਤਨ ਤੇ ਪ੍ਰੋਫੈਸ਼ਨ ਵੀ ਹੋ ਸਕਦਾ ਹੈ, ਕਿਰਤ ਵੀ ਹੋ ਸਕਦਾ ਹੈ, ਪਰ ਗਾਵਣਾ ਇਹ ਅਲੱਗ ਬਾਤ ਹੈ। ਇਹ ਗਾਵਣਾ ਕਰਤੇ ਦੀ ਕਲਾ ਦੇ ਵਿੱਚ, ਕਰਤੇ ਦੀ ਭਗਤੀ ਵਿੱਚ, ਇਹ ਮਨ ਦੀ ਹਿਰਦੇ ਦੇ ਆਨੰਦ ਕਰਕੇ ਹੁੰਦਾ। ਸਿਆਣੇ ਮੰਨਦੇ ਨੇ, ਜਿਨ੍ਹਾਂ ਨੇ ਮਨ ਦਾ ਅਧਿਐਨ ਕੀਤਾ, ਜਿਹਨੂੰ ਅਸੀਂ ਮਨੋਵਿਗਿਆਨਕ ਵੀ ਅੱਜ ਕੱਲ੍ਹ ਕਹਿੰਦੇ ਹਾਂ, ਜਦੋਂ ਮਨੁੱਖ ਆਨੰਦ ਵਿੱਚ ਹੁੰਦਾ ਹੈ, ਉਦੋਂ ਕੁਝ ਨਾ ਕੁਝ ਗੁਣਗੁਣਾਉਂਦਾ ਹੈ। ਔਰ ਕੁਦਰਤ ਨੇ ਦਿੱਤਾ ਇਸ ਨੂੰ। ਹਰ ਮਨੁੱਖ ਜਦੋਂ ਆਪਣੇ ਆਨੰਦ ਵਿੱਚ ਹੁੰਦਾ ਹੈ ਨਾ, ਉਦੋਂ ਕੁਛ ਨਾ ਕੁਛ ਗਾਉਂਦਾ ਹੈ। ਹੁਣ ਇਹ ਵੇਖਣਾ ਕਿ ਕੀ ਗਾਉਂਦਾ, ਇਹਦਾ ਗਿਆਨ ਤੇ ਦਾ ਬੋਧ ਹੈ, ਕੀ ਗਾਉਂਦਾ। ਇੱਥੋਂ ਹੀ ਅਸੀਂ ਲੈਵਲ ਨਿਰਧਾਰਿਤ ਕਰਦੇ ਹਾਂ ਕਿ ਮਨੁੱਖ ਦੀ ਸ਼੍ਰੇਣੀ ਕਿਹੜੀ ਹੈ। ਇੱਕ ਤਾਂ ਲੋਕ ਕਹਿੰਦੇ ਨਾ ਕਿ ਮਨੁੱਖ 4 ਵਰਨ 4 ਸ਼੍ਰੇਣੀਆਂ ਅਲੱਗ ਅਲੱਗ ਹੋਣਗੀਆਂ। ਨਹੀਂ, ਮਨੁੱਖ ਜਦੋਂ ਆਪਣੇ ਆਨੰਦ ਵਿੱਚ ਹੁੰਦਾ ਹੈ, ਆਪਣੇ ਨਿੱਜ ਵਿੱਚ ਹੁੰਦਾ ਹੈ, ਅਤੇ ਕੀ ਗਾਉਂਦਾ ਹੈ, ਬਸ ਉੱਥੋਂ ਉਹਦੀ ਸ਼੍ਰੇਣੀ ਨਿਰਧਾਰਿਤ ਹੁੰਦੀ। ਆਪਾਂ ਦੇਖਣਾ ਆਪਣੇ ਆਪ ਨੂੰ ਕੀ ਗਾਉਂਦੇ ਹੋ, ਜਦੋਂ ਬਿਲਕੁਲ ਆਨੰਦ ਵਿੱਚ ਹੋ, ਬਿਲਕੁਲ ਇਕੱਲੇ ਹੋ, ਕਮਰਾ ਬੰਦ ਹੈ, ਇਕੱਲੇ ਬੈਠੇ ਹੋ, ਸਫ਼ਰ ਕਰਦੇ ਹਾਂ 10-10 ਫੁੱਟ ਤੱਕ, ਆਲੇ ਦੁਆਲੇ ਤੁਹਾਡੇ ਕੋਈ ਨਹੀਂ ਗਾ, ਉਦੋਂ ਕੀ ਗਾਉਂਦੇ ਹੋ? ਉਦੋਂ ਸਾਡੇ ਬੋਲ ਕਿਹੜੇ ਹੁੰਦੇ ਨੇ? ਉਹ ਅਸੀਂ ਹਾਂ, ਸਾਡੀ ਉਹ ਸ਼੍ਰੇਣੀ ਹੈ, ਅਸੀਂ ਉਸ ਕੈਟਾਗਰੀ 'ਤੇ ਹਾਂ। ਹੋ ਸਕਦਾ ਸਾਡੇ ਉਹ ਬੋਲ ਨਾਚ ਗਿੱਧੇ ਟੱਪਿਆਂ ਦੇ ਹੋਣ, ਹੋ ਸਕਦਾ ਸਾਡੇ ਬੋਲ ਆਮ ਸ਼ਾਸਤਰ ਸੰਗੀਤ 'ਤੇ ਹੋਵਣ, ਹੋ ਸਕਦਾ ਸਾਡੇ ਬੋਲ ਭਗਤੀ 'ਤੇ ਹੋਵਣ। ਇਹੀ ਸਾਡੀ ਸ਼੍ਰੇਣੀ, ਇਹੀ ਸਾਡੇ ਸਟੈਪ ਨੇ। ਅਸੀਂ ਉੱਥੇ ਹੀ ਹਾਂ। ਉਸ ਨੂੰ ਬਦਲਣਾ ਕਿਵੇਂ ਆ? ਜ਼ੋਰ ਨਾਲ ਬਦਲਣਾ, ਯਾਦ ਰੱਖਣਾ, ਮਨ ਨੂੰ ਇਹ ਤਰ੍ਹਾਂ ਬਦਲਿਆ ਜਾਂਦਾ। ਹੌਲੀ ਹੌਲੀ ਅਸਾਂ ਆਪਣੀ ਉਹ ਸ਼੍ਰੇਣੀ ਬਦਲਣੀ ਆ। ਆਪਣੇ ਲਿਬਾਸ ਨਹੀਂ ਬਦਲਨੇ, ਆਪਣੇ ਖੁਰਾਕ ਨਹੀਂ ਬਦਲਣੀ। ਇਹ ਤਾਂ ਸਰੀਰ ਦੀ ਜ਼ਰੂਰਤ ਮੁਤਾਬਕ ਖਾਣੀ ਪੈਣੀ ਆ। ਰੋਜ਼ੀ ਰੋਟੀ ਘਰ ਪਰਿਵਾਰ ਦੀ ਲੋੜ ਕਰਕੇ ਕਰਨੀ ਪੈਣੀ ਆ, ਪਰ ਉਹ ਸਾਡੀ ਲੋੜ ਹੈ। ਆ ਸੰਸਾਰ ਦੀ ਕਿਰਤ ਰਿਜ਼ਕ ਰੋਟੀ ਸਾਡੀ ਅਤੇ ਸਾਡੇ ਪਰਿਵਾਰ ਦੀ ਸਾਂਝੀ ਲੋੜ ਹੈ। ਪਰ ਉਹ ਜੋ ਸਾਡੀ ਸ਼੍ਰੇਣੀ ਹੈ, ਉਹ ਜੋ ਸਾਡਾ ਗਾਵਣਾ ਹੈ, ਉਹ ਸਾਡਾ ਨਿੱਜ ਦੀ ਲੋੜ ਹੈ। ਉਹ ਜੋ ਗਾ ਰਹੇ ਹੋ ਸੰਚਨ ਹੈ, ਉਹ ਸਾਡਾ ਹੈ। ਉੱਥੇ ਸਿਆਣੇ ਕਹਿੰਦੇ ਨੇ, ਉੱਥੇ ਸ਼ਬਦ ਪਾ ਦੇ। ਕੁਝ ਨਾ ਕੁਝ ਬੋਲ ਤੇ ਪਾਇਆ ਨਾ, ਕਿਸ ਦਾ ਬੋਲ ਪਾਇਆ, ਟਿੱਪਾ ਪਾਇਆ, ਗਿੱਧੇ ਦਾ ਬੋਲ ਪਾਇਆ, ਨਾਚ ਦਾ ਬੋਲ। ਅੱਜ ਤਮਾਮ ਲੋਕ ਗਾਣੇ ਗਾ ਰਹੇ ਨੇ, ਬੋਲ ਤੇ ਕੋਈ ਨਾ ਕੋਈ ਹੈ ਨਾ, ਸ਼ਬਦ ਤੇ ਕੋਈ ਨਾ ਕੋਈ ਹੈ ਨਾ ਉੱਥੇ। ਫਿਰ ਉਹ ਸ਼ਬਦ ਤੂੰ ਗੁਰੂ ਦਾ ਪਾ ਦੇ। ਬਸ ਸ਼ਬਦ ਤੇ ਤੂੰ ਪਾਏ ਨੇ। ਕੋਈ ਮਿਰਜ਼ੇ ਨੂੰ ਗਾਉਂਦਾ ਅਤੇ ਕੋਈ ਬੁੱਲੇ ਨੂੰ ਗਾਉਂਦਾ, ਭਗਤ ਭਲਾ ਹੋਏਗਾ ਆਪਣਾ ਥਪਤਾ ਸਭ ਦਾ। ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਪਰ ਆਪਣੇ ਨਿੱਜ ਵਿੱਚ ਉੱਥੇ ਆਪਣੇ ਗੁਰੂ ਦਾ ਬੋਲ ਪਾ ਦੇ। ਅਤੇ ਜਦੋਂ ਉਸ ਨਿੱਜ ਵਿੱਚ ਆਪਣੇ ਗੁਰੂ ਦਾ ਬੋਲ ਪੈ ਜਾਏਗਾ, ਅਤੇ ਜਦੋਂ ਆਨੰਦ ਵਿੱਚ ਉਸ ਗੁਰੂ ਕੇ ਬੋਲ ਨੂੰ ਗਾਵਾਂਗੇ, ਅਤੇ ਸੁੱਤੇ ਸਿੱਧ ਸਾਡਾ ਸੰਬੰਧ ਆਪਣੇ ਗੁਰੂ ਨਾਲ ਹੋ ਜਾਏਗਾ। ਅਤੇ ਗੁਰੂ ਕੇ ਬੋਲ ਵਿੱਚ ਗੁਰੂ ਕੀ ਕਲਾ ਹੋਏਗੀ। ਇਹ ਚੇਤਾ ਰਹੀਏ, ਹਰ ਬੋਲ ਵਿੱਚ, ਹਰ ਸ਼ਬਦ ਵਿੱਚ ਸ਼ਬਦ ਦੇ ਰਚਨਹਾਰ ਦਾ ਨਿਜ ਤੱਤ ਸ਼ਾਮਲ ਹੁੰਦਾ ਹੈ। ਆ ਜਿਤਨੇ ਕਵੀ ਹੁੰਦੇ, ਠੀਕ ਇਹਨਾਂ ਦਾ ਆਪਣਾ ਨਿਜ ਤੱਤ ਬਹੁਤ ਘੱਟ ਹੁੰਦਾ, ਪਰ ਫਿਰ ਵੀ ਹਰ ਕਵੀ ਦੀ ਰਚਨਾ ਦੇ ਵਿੱਚ ਕਵੀ ਦਾ ਆਪਣਾਪਨ ਹੁੰਦਾ ਹੈ। ਜਿਸ ਨੂੰ ਗਾਵਾਂਗੇ ਉਹਦੇ ਨਾਲ ਜੁੜਾਂਗੇ।
ਜਿਸ ਨੂੰ ਵੀ ਗਾ ਰਹੇ ਹਾਂ ਉਹਦੇ ਨਾਲ ਜੁੜਾਂਗੇ। ਤੇ ਅਸਾਂ ਕਿਹਨੂੰ ਗਾਉਣਾ ਹੈ? ਅਸੀਂ ਗੁਰੂ ਨੂੰ ਗਾਉਣਾ ਹੈ। ਗੁਰੂ ਕੇ ਬੋਲ ਗਾਉਣੇ ਨੇ ਅਤੇ ਗੁਰੂ ਨਾਲ ਜੁੜਾਂਗੇ ਤਾਂ ਕਿ ਕੱਲ੍ਹ ਗੱਲਾਂ ਹੀ ਬਣ ਜਾਂ ਗਾਵੇ ਕਾ ਫਲ ਪਾਵਾਂ। ਹੁਣ ਗਾਉਂਦੇ ਗਾਉਂਦੇ ਨੂੰ ਚੰਗੇ ਲੱਗਾਂਗੇ, ਫਿਰ ਗਾਉਣ ਦਾ ਪੱਖ ਹੋਰ ਅਗਲਾ ਮਿਲੇਗਾ। ਜਿਵੇਂ ਇੱਕ ਸੂਤਰ ਹੈ, ਆਪਾਂ ਕਦੇ ਕਦੇ ਪਾਠ ਕਰਦੇ, ਸੇਵਕ ਕਉ ਸੇਵਾ ਬਨ ਆਈ। ਇਹ ਸੇਵਾ ਕਰਦਾ ਸੀ, ਇਹਨੂੰ ਨਾਮ ਕੀ ਮਿਲਿਆ? ਹੋਰ ਸੇਵਾ ਕਰ। ਸੇਵਕ ਨੂੰ ਇਨਾਮ ਵੀ ਸੇਵਾ ਹੀ ਮਿਲਦਾ ਹੈ। ਹੁਣ ਕੀ ਥੋੜ੍ਹੀ ਸੇਵਾ ਕਰਦਾ ਸੀ, ਹੁਣ ਬਹੁਤੀ ਸੇਵਾ ਕਰ। ਦੁਨੀਆ ਵਾਲੇ ਕਹਿਣਗੇ ਲੈ ਕੰਮ ਹੀ ਤੇ ਕਰਦਾ ਸੀ, ਕੰਮ ਹੀ ਤੇ ਮਿਲਿਆ ਨਾ। ਨਹੀਂ, ਇਹੀ ਤੇ ਭੱਖ ਹੈ। ਅੱਜ ਸੰਸਾਰ ਦਾ ਵਪਾਰ ਬਾਜ਼ਾਰ ਕੀ ਕਹਿੰਦਾ ਹੈ? ਤੁਸੀਂ ਕਿਸੇ ਨਾਲ ਇੱਕ ਕੰਮ ਕਰਦੇ ਹੋ, ਤੁਹਾਡਾ ਕੰਮ ਚੰਗਾ ਹੁੰਦਾ, ਤੁਹਾਨੂੰ ਹੋਰ ਕੰਮ ਮਿਲਦਾ। ਬਾਜ਼ਾਰ ਦੀ ਸ਼ਬਦਾਵਲੀ ਇੱਦਾਂ ਦੀ ਹੈ ਨਾ, ਬਾਜ਼ਾਰ 'ਚ ਇੱਕ ਡੀਲ ਕਰਦੇ ਹੋ, ਚੰਗੀ ਤਰ੍ਹਾਂ ਵਧੀਆ ਕੰਮ ਕਰਕੇ ਦਿੰਦੇ ਹੋ, ਅਗਲਾ ਹੋਰ ਕੰਮ ਦਿੰਦਾ, ਅਗਲਾ ਹੋਰ ਕੰਮ ਦਿੰਦਾ, 4 ਬੰਦਿਆਂ ਤੋਂ ਵੀ ਕੰਮ ਦਵਾ ਦਿੰਦਾ, ਅਤੇ ਨਤੀਜਾ ਕੀ ਹੈ? ਤਰੱਕੀ ਹੈ। ਪਹਿਲਾਂ ਇੱਕ ਬੰਦੇ ਨਾਲ ਕੰਮ ਕੀਤਾ, ਚੰਗਾ ਲੱਗਾ, ਉਹ 2 ਨਾਲ, 3 ਨਾਲ, 5, 7 ਦਾ ਹੌਲੀ ਹੌਲੀ ਨੈਟਵਰਕ ਵੱਡਾ ਹੋ ਜਾਂਦਾ ਹੈ, ਕੰਮ ਬਹੁਤ ਹੋ ਜਾਂਦਾ, ਕਿਉਂਕਿ ਕੰਮ ਵਾਲੇ ਦਾ ਕੰਮ ਹੀ ਇਨਾਮ ਹੈ। ਸੇਵਕ ਦੀ ਸੇਵਾ ਇਨਾਮ ਹੈ, ਜਪ ਵਾਲੇ ਦਾ ਜਪ ਹੀ ਇਨਾਮ ਹੈ, ਪਿਆਰ ਵਾਲੇ ਦਾ ਪਿਆਰ ਹੀ ਇਨਾਮ ਹੈ। ਇਸੇ ਤਰ੍ਹਾਂ ਨੈਟਵਰਕ ਵੱਧਦਾ ਹੈ। ਅਤੇ ਜੋ ਜਪ ਕਰਾਂਗੇ, ਗਾਵਾਂਗੇ, ਅਤੇ ਗਾਉਣ ਵਾਲੇ ਨੂੰ ਗਾਉਣਾ ਹੀ ਮਿਲੇਗਾ ਨਾ, ਪ੍ਰੇਮ ਕਰਨ ਵਾਲੇ ਨੂੰ ਪ੍ਰੇਮ ਹੀ ਮਿਲੇਗਾ ਨਾ, ਕਰਤੇ ਨਾਲ ਜੁੜਾਂਗੇ ਅਤੇ ਕਰਤੇ ਦੇ ਪੱਖ ਵੱਧਦੇ ਚਲੇ ਜਾਣਗੇ। ਕਹਿ ਲਗੇ ਫਿਰ ਉਸ ਨੂੰ ਵਾਧਾ ਮਿਲੇਗਾ। ਵਾਧਾ ਵੱਧਦਿਆਂ ਵੱਧਦਿਆਂ ਕੱਲ੍ਹ ਸੀ ਬਸ ਚਲੇ ਸਾਂ, ਜਦੋਂ ਇਹ ਬੋਧ ਗਹਿਰਾ ਹੋ ਜਾਂਦਾ ਹੈ ਅਤੇ ਉਦੋਂ ਗੁਰੂ ਕੀ ਸਿੱਖਿਆ ਅੰਤਰ ਪ੍ਰਵੇਸ਼ ਕਰਦੀ ਹੈ ਅਤੇ ਫਿਰ ਅੰਤਰ ਜਾਗਰਤੀ ਪੈਦਾ ਹੁੰਦੀ ਹੈ। ਗੁਰੂ ਕੀ ਸਿੱਖਿਆ ਦੇ ਸਦਕੇ ਅੰਤਰ ਜਾਗਰਤੀ ਪੈਦਾ। ਗੁਰਸਾਖੀ ਅੰਤਰ ਜਾਗੀ, ਕੱਲ੍ਹ ਆਪਾਂ ਪੜ੍ਹ ਰਹੇ ਸਾਂ। ਗੁਰੂ ਕੀ ਸਿੱਖਿਆ ਜਦੋਂ ਅੰਦਰ ਟਿਕਦੀ ਹੈ ਅਤੇ ਗੁਰੂ ਕੀ ਸਿੱਖਿਆ ਦੇ ਸਦਕੇ ਮਨੁੱਖ ਦੇ ਅੰਦਰ ਜਾਗਰਤੀ ਪੈਦਾ ਹੁੰਦੀ। ਜਾਗੀ, ਜਾਗਰਤੀ, ਮਨੁੱਖ ਦੇ ਅੰਦਰ ਜਾਗ ਪੈਦਾ ਹੁੰਦੀ, ਚੇਤਨਾ ਜਾਗਦੀ ਹੈ, ਜਿਸ ਨੂੰ ਅਸੀਂ ਜਗਾਉਣ ਦਾ ਯਤਨ ਕਰ ਰਹੇ ਹਾਂ। ਸਾਨੂੰ ਹੁਕਮ ਹੈ ਜਗਾਓ ਇਸ ਨੂੰ। ਗੁਰੂ ਕਹਿੰਦੇ ਨੇ ਜਾਗ ਜਾਓ, ਜਗਾ ਦਿਓ ਇਸ ਨੂੰ ਭਾਈ, ਜਾਗੋ ਜਾਗੋ ਸੁੱਤਿਓ। ਚੱਲਿਆ ਕਿਤੇ ਸੁੱਤੇ ਪਏ ਨਾ, ਜੀਵਨ ਗੁਜ਼ਾਰ ਕੇ ਚਲੇ ਜਾਣਾ। ਜਨਮੇ ਕੁਝ ਸਾਲ ਹੰਡ ਗਏ, ਮਰ ਗਏ, ਇੱਦਾਂ ਲੱਗਾ ਜੋ ਕੋਈ ਸੁਪਨਾ ਸੀ। ਜਦੋਂ ਹੋਸ਼ ਆਈ, ਕੀਤਾ ਕੁਝ ਨਹੀਂ, ਖੱਟਿਆ ਤੇ ਕੁਝ ਵੀ ਨਹੀਂ। ਜਿਵੇਂ ਸੁਪਨੇ ਦੇ ਵਿੱਚ ਰਾਜੇ ਬਣ ਗਏ ਤੇ ਕੀ ਫਾਇਦਾ ਹੈ? ਯਥਾਰਥ ਵੀ ਤਾਂ ਭਿਖਾਰੀ ਹੈ ਨਾ। ਅਤੇ ਜੇ ਯਥਾਰਥ ਆ ਭਿਖਾਰੀ, ਸੁਪਨੇ 'ਚ ਰਾਜਾ ਬਣ ਗਿਆ ਤਾਂ ਤਦ ਵੀ ਕੁਛ ਨਹੀਂ। ਅਤੇ ਜੇ ਸੁਪਨੇ ਦਾ ਭਿਖਾਰੀ ਯਥਾਰਥ 'ਚ ਰਾਜਾ ਹੈ ਤਾਂ ਤਦ ਵੀ ਕੋਈ ਫਰਕ ਨਹੀਂ। ਅਸਲੀਅਤ ਵਿੱਚ ਜੋ ਹਾਂ ਉਹੀ ਆ। ਇਸੇ ਕਰਕੇ ਜੀਵਨ ਇੱਕ ਸੁਪਨੇ ਦੀ ਨਹੀਂ ਕਹਿੰਦੇ, ਕਿਉਂਕਿ ਜਦੋਂ ਸਾਡੀ ਅੱਖ ਖੁੱਲ੍ਹਣੀ ਆ, ਇਹ ਸੁਪਨਾ ਨਜ਼ਰ ਟੁੱਟਣਾ ਅਤੇ ਅਸੀਂ ਉੱਥੇ ਹੀ ਖੜ੍ਹੇ ਹੋਣਾ। ਕਿੱਥੇ? ਜਿੱਥੇ ਪਿਛਲੇ ਜਨਮ 'ਚ ਖਲੋਤੇ ਸਾਂ। ਪਿਛਲੇ ਜਨਮ 'ਚ ਜਿੰਨੀ ਕੁ ਯਾਤਰਾ ਕੀਤੀ ਸੀ ਤੇ ਖੜ੍ਹੇ ਸਾਂ, ਉੱਥੇ ਹੀ ਖਲੋਤੇ ਹਾਂ। ਪਤਾ ਲੱਗਾ ਸੁਪਨਾ ਦੇਖ ਰਹੇ ਸਾਂ, ਯਾਤਰਾ ਤਾਂ ਹੋਈ ਕੋਈ ਨਹੀਂ। ਜਿਹੜੇ ਚੇਤਨ ਨੇ ਉਹ ਜਾਗਦੇ ਨੇ, ਜਾਗ ਕੇ ਯਾਤਰਾ ਕਰਦੇ ਨੇ। ਜਦੋਂ ਜਾਗਰਤੀ ਪੈਦਾ ਹੁੰਦੀ ਹੈ, ਚੇਤਨ ਪੈਦਾ ਹੁੰਦੀ, ਫਿਰ ਕੀ ਸਭ ਤੋਂ ਪਹਿਲਾਂ ਕੀ ਕੰਮ ਹੁੰਦਾ ਹੈ? ਚੰਚਲਤਾ ਖਤਮ ਹੁੰਦੀ ਹੈ। ਤਾਂ ਚੰਚਲ ਮਤ ਤਿਆਗੀ, ਤਾਂ ਚੰਚਲਤਾ, ਮਤ ਦੀ ਚੰਚਲਤਾ ਇਹ ਤਿਆਗ ਦਿੱਤੀ ਜਾਂਦੀ ਹੈ। ਮਤ ਦਾ ਭਟਕਣਾ, ਮਤ ਦਾ ਵੇਵਰ ਕਰਨਾ, ਇਹ ਤਿਆਗ ਜਾਂਦਾ ਹੈ। ਮਤ ਸ਼ੁੱਧ ਹੁੰਦੀ, ਮਤ ਨਿਰਮਲ ਹੁੰਦੀ ਹੈ, ਮਤ ਟਿਕਾਊ ਹੋ ਜਾਂਦੀ ਹੈ। ਫਿਰ ਜਦੋਂ ਮਤ ਟਿਕਦੀ ਹੈ, ਹੁਣ ਤਾਂ ਸਭ ਨੂੰ ਪਤਾ ਹੈ ਕਿ ਮਤ ਗ੍ਰਹਿਣ ਕਰਨ ਦੀ ਸ਼ਕਤੀ ਰੱਖਦੀ ਹੈ। ਸਾਡੀ ਮਤ ਜੋ ਹੈ ਨਾ, ਇਹ ਗ੍ਰਹਿਣ ਸ਼ਕਤੀ ਦਾ ਇੱਕ ਬਹੁਤ ਵੱਡਾ ਭੰਡਾਰ ਹੈ। ਗ੍ਰਹਿਣ ਹੁੰਦਾ ਹੈ। ਜਦੋਂ ਮਤ ਟਿਕ ਜਾਏਗੀ ਤਾਂ ਗ੍ਰਹਿਣ ਵੀ ਹੋਏਗਾ। ਟਿਕੀ ਹੋਈ ਮਤ ਤੋਂ ਬਿਨਾਂ ਕਦੇ ਗ੍ਰਹਿਣ ਨਹੀਂ ਜੇ ਹੁੰਦਾ। ਚਲਾਏ ਮਨ ਚੰਚਲ ਮਤ ਕਦੇ ਗ੍ਰਹਿਣ ਨਹੀਂ ਕਰਦੀ। ਆਪਾਂ ਪਾਠ ਕਰਦੇ ਹਾਂ, ਸੁਣਦੇ ਹਾਂ, ਪਰ ਸਾਡਾ ਚਿੱਤ ਦੌੜ ਰਿਹਾ, ਭਟਕ ਰਿਹਾ, ਚੰਚਲਤਾ ਹੈ, ਸੁਣਿਆ ਹੀ ਨਹੀਂ ਜਾਏਗਾ, ਗ੍ਰਹਿਣ ਕਿੱਥੋਂ ਹੋਣਾ ਹੈ? ਇਹਦੇ ਵਾਸਤੇ ਸਿਆਣੇ ਕੀ ਕਹਿੰਦੇ ਨੇ? ਧਿਆਨ ਦੇ ਨਾਲ ਪੜ੍ਹੋ, ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਸਮਝੋ। ਅਤੇ ਧਿਆਨ ਕਦੋਂ ਹੁੰਦਾ ਹੈ? ਉਦੋਂ ਚੰਚਲਤਾ ਨਹੀਂ ਹੁੰਦੀ, ਟਿਕਾਓ ਹੁੰਦਾ ਹੈ। ਫਿਰ ਚੰਚਲ ਮਤ ਤਿਆਗੀ ਗਈ, ਉਹ ਗੁਰੂ ਕੀ ਸਿੱਖਿਆ ਦੇ ਸਦਕੇ ਜਾਗਰਤੀ ਪੈਦਾ ਹੋਈ। ਗੁਰੂ ਕੀ ਸਾਖੀ ਕਾ ਉਜਿਆਰਾ ਹੋਇਆ। ਗੁਰੂ ਸਾਖੀ ਕਾ ਉਜਿਆਰਾ, ਇਹ ਕੱਲ੍ਹ ਆਪਾਂ ਪੜ੍ਹਦੇ ਹਾਂ। ਗੁਰ ਸਾਖੀ ਕਾ ਉਜਿਆਰਾ, ਗੁਰੂ ਕੀ ਸਿੱਖਿਆ ਦਾ ਚਾਨਣ। ਆ ਸਾਰਾ ਕੁਝ ਕੀ ਹੈ ਜੋ ਪੜ੍ਹ ਰਹੇ? ਗੁਰੂ ਕੀ ਸਿੱਖਿਆ ਦਾ ਚਾਨਣ ਤੇ ਹੈ।
ਗੁਰਬਾਣੀ ਨੂੰ ਲੋਕ ਆਪਣੇ ਆਪਣੇ ਨਜ਼ਰੀਏ ਦੇ ਨਾਲ ਸਮਝਣ ਦਾ ਯਤਨ ਕਰ ਰਹੇ ਨੇ। ਕੋਈ ਕੁਝ ਕਹਿੰਦਾ ਹੋਏਗਾ, ਕੋਈ ਕੁਝ ਕਹਿੰਦਾ ਹੋਏਗਾ, ਪਰ ਗੁਰਬਾਣੀ ਵਿੱਚੋਂ ਹੀ ਪੁੱਛੀਏ ਵੀ ਗੁਰਬਾਣੀ ਨੂੰ ਕੀ ਸਮਝੀਏ, ਐਕਚੁਅਲੀ ਗੁਰਬਾਣੀ ਹੈ ਕੀ। ਲੇਕਿਨ ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇੱਕ ਚਾਨਣ ਹੈ, ਪ੍ਰਕਾਸ਼ ਹੈ। ਸੂਰਜ ਨੂੰ ਜਿਵੇਂ ਲੋਕ ਹੋਰ ਕੁਝ ਕਹਿੰਦੇ ਹੋਣਗੇ, ਕੋਈ ਅੱਗ ਦਾ ਗੋਲਾ ਕਹਿ ਰਿਹਾ ਹੈ, ਹੋ ਸਕਦਾ ਵਿਗਿਆਨਕ ਉਹਦੇ ਵਿੱਚੋਂ ਲੱਭਦਾ ਹੋਵੇ ਕਾਰਬਨ ਕਿੰਨਾ ਅਤੇ ਕੀ ਕੁਝ ਕਿੰਨਾ, ਉਹ ਵਿਗਿਆਨਕ ਲੱਭਦੇ ਹੋਣਗੇ ਨਾ। ਪਰ ਸਾਡੇ ਲਈ ਸੂਰਜ ਕੀ ਹੈ? ਸਾਡੇ ਲਈ ਚਾਨਣ ਹੈ। ਸੂਰਜ ਅਤੇ ਚਾਨਣ ਇੱਕ ਦੂਜੇ ਦੇ ਬਦਲਵੇਂ ਪ੍ਰਰੂਪ ਹੀ ਤੇ ਨੇ। ਜਿੱਥੇ ਚਾਨਣ ਹੈ ਉੱਥੇ ਸੂਰਜ ਹੈ, ਜਿੱਥੇ ਸੂਰਜ ਹੈ ਉੱਥੇ ਚਾਨਣ ਹੈ। ਅਤੇ ਚੇਤਾ ਹੁਣ ਜਿੱਥੇ ਗੁਰਬਾਣੀ ਹੈ ਉੱਥੇ ਗਿਆਨ ਹੈ, ਜਿੱਥੇ ਗਿਆਨ ਹੈ ਉੱਥੇ ਗੁਰਬਾਣੀ ਹੈ। ਪਰ ਇੱਕ ਥੋੜ੍ਹਾ ਜਿਹਾ ਭੇਤ ਹੈ, ਨਿਰੇ ਹਰ ਥਾਂ ਦੇ ਗਿਆਨ ਅਤੇ ਗੁਰਬਾਣੀ ਨਹੀਂ ਜੀ, ਬਸ ਇਹੀ ਤੇ ਇੱਕ ਭੇਤ ਹੈ। ਹਰ ਪ੍ਰਕਾਰ ਦਾ ਗਿਆਨ ਨਿਰਾ ਗੁਰਬਾਣੀ ਦਾ ਗਿਆਨ ਥੋੜ੍ਹਾ ਹੈ। ਹੁਣ ਦੁਨੀਆ ਦੇ ਤਾਂ ਬੜੇ ਗਿਆਨ ਨੇ ਨਾ, ਆ ਵਿਕਾਰਾਂ ਦਾ ਵੀ ਤਾਂ ਗਿਆਨ ਹੀ ਹੈ ਨਾ। ਦੁਨੀਆ ਭਰ ਦੇ ਗਿਆਨ ਹੋਣਗੇ, ਨਹੀਂ, ਗੁਰੂ ਕਾ ਗਿਆਨ। ਗੁਰੂ ਕਿਹੜਾ? ਗੁਰੂ ਨਾਨਕ ਹੈ। ਗੁਰੂ ਵੀ ਬੜੇ ਹੋਣਗੇ, ਗਿਆਨ ਵੀ ਬਹੁਤ ਹੋਣਗੇ, ਗੁਰੂ ਵੀ ਬਹੁਤ ਹੋਣਗੇ। ਹੋ ਸਕਦਾ ਕੋਈ ਕਿਸੇ ਗੁਰੂ ਦਾ ਗਿਆਨ ਲੈ ਕੇ ਬੈਠਾ ਹੈ, ਕੋਈ ਕਿਸੇ ਗੁਰੂ ਦਾ ਗਿਆਨ ਲੈ ਕੇ ਬੈਠਾ ਹੈ। ਸਾਨੂੰ ਕੀ ਇਤਰਾਜ਼? ਲੈ ਕੇ ਬੈਠਾ ਰਹੇ, 100 ਵਾਰ ਬੈਠੇ। ਪਰ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਦਾ ਸੰਕਲਪ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ, ਆਪਣੇ ਸੰਕਲਪ ਨਾਲ ਜੁੜੇ ਹੋਏ ਉਹਨਾਂ ਸਾਰੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਕਰਤਾ ਪੁਰਖ ਨੇ ਸ਼ਬਦ ਕਲਾ ਗਿਆਨ ਬਖਸ਼ਿਸ਼ ਕੀਤਾ, ਆਪਣੇ ਨਾਲ ਜੋੜਿਆ, ਆਪਣੇ ਘਰ 'ਚ ਰੱਖੇ, ਥਾਂ ਦਿੱਤਾ ਹੈ, ਅਤੇ ਸਾਨੂੰ ਉਹ ਬਹੁਤ ਵੱਡਾ ਇੱਕ ਚਾਨਣ ਮੁਨਾਰਾ ਗਿਆਨ ਭੰਡਾਰ ਬਣਾ ਕੇ ਦਿੱਤਾ ਹੈ, ਜਿਹਨੂੰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦੇ ਰੂਪ ਵਿੱਚ ਪੜ੍ਹਦੇ, ਸੁਣਦੇ ਅਤੇ ਮੱਥਾ ਟੇਕਦੇ ਹਾਂ। ਇਹਦਾ ਗਿਆਨ, ਇਹਦਾ ਅਸਾਂ ਲੈਣਾ ਗੁਰਸਾਖੀ ਕਾਉ ਜਿਆਰਾ, ਗੁਰੂ ਕੀ ਸਿੱਖਿਆ ਦਾ ਚਾਨਣਾ। ਫਿਰ ਕੀ ਹੁੰਦਾ? ਕਿਉਂਕਿ ਤਾਂ ਮਿਟਿਆ ਸਗਲ ਅੰਧਿਆਰਾ। ਤਾਂ ਜਦੋਂ ਗੁਰੂ ਕੀ ਸਿੱਖਿਆ ਅੰਦਰ ਆਉਂਦੀ ਹੈ ਤਾਂ ਫਿਰ ਅੰਧਕਾਰ ਮਿਟਦਾ ਹੈ, ਹਿਰਦੇ ਦਾ ਅੰਧਕਾਰ। ਬਾਹਰ ਦਾ ਅੰਧਕਾਰ ਤੇ ਸੂਰਜ ਦਾ ਚਾਨਣਾ ਮਿਟਾਉਂਦਾ ਹੈ, ਅਤੇ ਹਿਰਦੇ ਦੇ ਵਿੱਚ ਜਿਹੜਾ ਅੰਧਕਾਰ ਹੈ ਉਹ ਅਗਿਆਨਤਾ ਦਾ ਅੰਧਕਾਰ ਹੈ। ਅਗਿਆਨਤਾ ਦਾ ਅੰਧਕਾਰ, ਅਗਿਆਨਤਾ ਦਾ ਅੰਧਕਾਰ ਭਰਮ ਨਾਲ ਭਰਿਆ ਹੁੰਦਾ ਹੈ, ਜਿੱਥੇ ਕੁਛ ਹੈ ਕਿ ਨਹੀਂ ਹੈ, ਪਰ ਮਨੁੱਖ ਮੰਨੀ ਬੜਾ ਕੁਛ ਬੈਠਾ ਹੈ। ਇਹ ਇਹੀ ਤੇ ਭਰਮ ਹੈ, ਇਹੀ ਤੇ ਅਗਿਆਨਤਾ ਹੈ। ਕੁਛ ਹੈ ਜਾਂ ਨਹੀਂ ਪਤਾ ਨਹੀਂ, ਪਰ ਅਸੀਂ ਮੰਨਿਆ ਬਹੁਤ ਕੁਛ ਹੈ, ਅਤੇ ਜੋ ਐਕਚੁਅਲੀ ਹੈ ਉਸ ਨੂੰ ਜਾਣ ਨਹੀਂ ਪਾਏ, ਅਤੇ ਜਾਣ ਨਹੀਂ ਪਾਏ ਅਤੇ ਮੰਨ ਹੀ ਨਹੀਂ ਪਾਏ। ਇਸੇ ਕਰਕੇ ਸਾਨੂੰ ਇੱਕ ਬਚਨ ਮਿਲੇਗਾ, ਅੰਧਿਆਰਾ ਦੀਪਕ ਚਾਹੀਏ। ਜਿੱਥੇ ਤੂੰ ਰਹਿ ਰਿਹਾ ਅੰਧਕਾਰ ਹੈ ਨਾ, ਅਤੇ ਇਸ ਅੰਧਕਾਰ ਦੇ ਵਿੱਚ ਇੱਕ ਦੀਪਕ ਚਾਹੀਦਾ, ਤਾਂ ਤੈਨੂੰ ਅਸਲੀਅਤ ਦਾ ਪਤਾ ਲੱਗੇਗਾ, ਤਾਂ ਤੈਨੂੰ ਸੋਝੀ ਆਏਗੀ। ਅੰਧਿਆਰਾ ਦੀਪਕ ਚਾਹੀਏ, ਇੱਕ ਵਸਤੂ ਅਗੋਚਰ ਲਹੀ ਹੈ, ਵਸਤੂ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਅੰਧਕਾਰ ਦੇ ਵਿੱਚ ਵਸਤੂਆਂ ਪਈਆਂ ਹੋਣ, ਆਪਣੀਆਂ ਰੱਖੀਆਂ ਹੋਣ, ਨਹੀਂ ਪਤਾ ਲੱਗਦਾ, ਅਤੇ ਜੋ ਦੀਪਕ ਜਗ ਜਾਂਦਾ ਹੈ, ਹਰ ਚੀਜ਼ ਦਾ ਸਹੀ ਸਰੂਪ ਪਤਾ ਲੱਗ ਜਾਂਦਾ ਹੈ। ਜਦੋਂ ਗੁਰ ਸਾਖੀ ਕਾ ਉਜਿਆਰਾ ਹੁੰਦਾ ਹੈ, ਗੁਰੂ ਕੀ ਸਿੱਖਿਆ ਦਾ ਚਾਨਣ ਹੁੰਦਾ ਹੈ, ਜ਼ਿੰਦਗੀ ਦਾ ਹਰ ਰਿਸ਼ਤਾ ਸਹੀ ਸਮਝਣ ਲੱਗ ਪੈਂਦਾ, ਜ਼ਿੰਦਗੀ ਦਾ ਹਰ ਕਰਤੱਵ ਦਾ ਸਹੀ ਸਰੂਪ ਸਮਝਣ ਲੱਗ ਪੈਂਦਾ। ਮੈਂ ਕੀ ਹਾਂ, ਕਿੱਥੇ ਖੜਾ ਹਾਂ, ਅਤੇ ਮੈਂ ਕਿੱਥੇ ਪਹੁੰਚਣਾ ਹੈ, ਇਹ ਸਾਰਾ ਕੁਝ ਸਹੀ ਸਮਝਾਉਣ ਲੱਗ ਪੈਂਦਾ। ਇਸੇ ਕਰਕੇ ਤੇ ਸਾਨੂੰ ਗੁਰਬਾਣੀ ਚਾਨਣ ਚਾਹੀਦਾ, ਜਿਹਦੇ ਨਾਲ ਸਾਡਾ ਆਤਮਿਕ ਮਾਰਗ ਚਾਨਣ ਨਾ ਭਰਦਾ ਹੈ। ਅਤੇ ਆਤਮਿਕ ਮਾਰਗ ਸੰਸਾਰ ਦੇ ਨਕਸ਼ਿਆਂ 'ਤੇ ਨਹੀਂ ਦਿਖਾਇਆ ਜਾ ਸਕਦਾ ਨਾ, ਇਸ ਕਰਕੇ ਚਾਨਣ ਵੀ ਆਤਮਿਕ ਹੀ ਹੈ। ਔਰ ਇਹਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕੁਛ ਕਰਨਾ ਪੈਣਾ, ਉਹ ਸਾਨੂੰ ਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਅਤੇ ਆਪਣੇ ਅੰਦਰ ਨੂੰ ਟਿਕਾਉਣ ਦੇ ਯਤਨ ਕਰਨਾ ਪੈਣਾ। ਕਹਿੰਦੇ ਕਿ ਫਿਰ ਕੀ ਕਰੀਏ? ਜਦੋਂ ਚਾਨਣ ਹੋ ਜਾਂਦਾ ਹੈ, ਮਨ ਟਿਕਣ ਲੱਗ ਪੈਂਦਾ ਹੈ, ਅਤੇ ਮਨ ਕਿੱਥੇ ਟਿਕਦਾ ਹੈ? ਯਾਦ ਰੱਖਣਾ, ਮਨ ਦਾ ਟਿਕਾਓ ਕਿੱਥੇ ਹੋਣਾ? ਮੰਨ ਲਿਆ ਸਾਨੂੰ ਗਿਆਨ ਮਿਲ ਗਿਆ, ਸਾਨੂੰ ਚਾਨਣਾ ਮਿਲ ਗਿਆ, ਅਤੇ ਮਨ ਤਾਂ ਕਮਜ਼ੋਰ ਹੈ ਨਾ, ਕਿਤੇ ਟਿਕਾਓ ਚਾਹੀਦਾ ਹੈ, ਕਿਤੇ ਹੋਰ ਨਾ ਟਿਕੇ। ਇਸ ਕਰਕੇ ਗੁਰ ਚਰਨੀ ਮਨ ਲਾਗਾ, ਇਸ ਮਨ ਨੂੰ ਗੁਰੂ ਕੇ ਚਰਨਾਂ ਦਾ ਸਹਾਰਾ ਚਾਹੀਦਾ ਹੈ। ਜਿਵੇਂ ਅੱਖਾਂ ਕਰਨਾ, ਆਪ ਜੀ ਬਹੁਤ ਸਾਰੇ ਜਿਹਨਾਂ ਦੇ ਸਰੀਰ ਵਡੇਰੇ ਨੇ,
ਜਾਂ ਕਿਸੇ ਪ੍ਰਕਾਰ ਦੀ ਸਰੀਰ 'ਚ ਕੋਈ ਕਮੀ ਤਾਂ ਸੀ ਕਿ ਕਹਿੰਦੇ ਭਾਈ ਮੈਨੂੰ ਢੋ ਲਾ ਕੇ ਢਾਸਣਾ ਲਾ ਕੇ ਬੈਠਣ ਦਿਓ। ਆ ਵੇਖੀਦਾ ਨਾ, ਆਪਾਂ ਬੈਠਦੇ ਹਾਂ ਢਾਸਣਾ ਲਾ ਕੇ, ਕੰਧ ਦਾ ਪਿਲਰ ਦਾ ਸਹਾਰਾ ਲੈਂਦੇ ਹਾਂ, ਫਿਰ ਆਰਾਮ ਨਾਲ ਘੰਟਾ ਦਾ ਘੰਟਾ ਪੌਣਾ ਘੰਟਾ ਜਿੰਨਾ ਬੈਠਣਾ ਹੈ ਅਸੀਂ ਬੈਠ ਸਕਦੇ ਹਾਂ। ਅਤੇ ਜੇ ਭਾਈ ਸਰੀਰ ਕਮਜ਼ੋਰ ਹੈ ਤਾਂ ਸਾਨੂੰ ਕੁਰੜੇ ਮੈਦਾਨ ਕਹੇ ਬੈਠਣ ਲਈ ਔਖਾ ਹੋ ਜਾਂਦਾ ਹੈ। ਮਨ ਕਮਜ਼ੋਰ ਹੈ, ਮਨ ਬਲਵਾਨ ਨਹੀਂ ਹੈ ਸਾਡਾ, ਸਾਨੂੰ ਸਹਾਰਾ ਚਾਹੀਦਾ ਹੈ। ਕਿਹਦਾ ਸਹਾਰਾ? ਕਿਤੇ ਮਨ ਕਮਜ਼ੋਰੀ ਵਿੱਚ ਕਿਸੇ ਹੋਰ ਦਾ ਸਹਾਰਾ ਨਾ ਲੱਭ ਲਏ, ਕਿਉਂਕਿ ਅਕਸਰ ਮਨ ਸਹਾਰੇ ਤਲਾਸ਼ਦਾ ਜੇ, ਔਰ ਮਨ ਹਮੇਸ਼ਾ ਹੀ ਕਿਸੇ ਨਾ ਕਿਸੇ ਸਹਾਰੇ 'ਤੇ ਕਿਸੇ ਨਾ ਕਿਸੇ ਦੇ ਨਾਲ ਜੁੜਿਆ ਰਹਿੰਦਾ ਹੈ। ਕਦੇ ਵੇਖਣਾ ਆਪਣੇ ਮਨ ਨੂੰ ਕਿ ਮਨ ਵਾਕਈ ਸ਼ਾਂਤ ਇਕਾਂਤ ਇਕੱਲਾ ਬੈਠਾ ਹੈ? ਨਹੀਂ, ਇਹ ਕਿਸੇ ਨਾ ਕਿਸੇ ਕਲਪਨਾ 'ਚ ਹੁੰਦਾ ਹੈ, ਅਤੇ ਉਸ ਕਲਪਨਾ ਦੇ ਵਿੱਚ ਕੋਈ ਨਾ ਕੋਈ ਜੀਅ ਹੁੰਦਾ ਹੈ। ਕਿਤੇ ਭੈਣ ਭਰਾ ਹੋਣਗੇ, ਕਿਤੇ ਧੀਆਂ ਪੁੱਤਰ ਹੋਣਗੇ, ਕਿਤੇ ਮਾਪੇ ਹੋਣਗੇ, ਕਿਤੇ ਸੱਜਣ ਮਿੱਤਰ, ਹੋਰ ਨੇ ਤਾਂ ਦੁਸ਼ਮਣੀ ਸਹੀ, ਜੇ ਮਿੱਤਰ ਨਹੀਂ ਮਿਲਿਆ ਤਾਂ ਦੁਸ਼ਮਣੀ ਸਹੀ, ਕਿਤੇ ਨਾ ਕਿਤੇ, ਕਿਉਂਕਿ ਮਨ ਇਕੱਲਾ ਨਹੀਂ ਜੇ ਰਹਿੰਦਾ। ਜਿਵੇਂ ਸ਼ਾਖਾਵਾਂ ਨੂੰ ਉੱਚਾ ਉੱਠਣ ਵਾਸਤੇ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ, ਇਵੇਂ ਮਨ ਨੂੰ ਵੀ ਆਪਣੀ ਐਕਟੀਵਿਟੀ ਕਰਨ ਵਾਸਤੇ ਕਿਸੇ ਦੂਸਰੇ ਦੀ ਜ਼ਰੂਰਤ ਪੈਂਦੀ ਹੈ। ਅਭਿਆਸ ਕੀ ਕਹਿੰਦਾ ਹੈ ਕਿ ਮਨ ਨੂੰ ਐਕਟੀਵਿਟੀ ਤੇ ਕਰਨ ਦੇ, ਪਰ ਮਨ ਨੂੰ ਕਿਸੇ ਸੰਸਾਰ ਦਾ ਸਹਾਰਾ ਨਾ ਦੇਵੀਂ, ਕਿਉਂਕਿ ਸੰਸਾਰ ਦਾ ਸਹਾਰਾ ਕੁਝ ਸਮੇਂ ਬਾਅਦ ਟੁੱਟ ਜਾਣਾ ਅਤੇ ਮਨ ਨੇ ਫਿਰ ਜ਼ਮੀਨ 'ਤੇ ਡਿੱਗ ਪੈਣਾ। ਇਸੇ ਕਰਕੇ ਸੰਸਾਰ ਦੇ ਆਸਰੇ ਜਿਤਨੇ ਆਪਾਂ ਲੈਂਦੇ ਹਾਂ ਸਾਨੂੰ ਦੁੱਖ ਦਿੰਦੇ ਨੇ। ਆਰੰਭ 'ਚ ਚੰਗੇ ਲੱਗਦੇ ਨੇ, ਪਰ ਫਿਰ ਦੁੱਖ ਦੇ, ਕਿਉਂਕਿ ਉਹਨਾਂ ਦੀ ਸੀਮਾਵਾਂ ਨੇ, ਉਹ ਆਪਣੀ ਆਪਣੀ ਸੀਮਾ ਤੱਕ ਅੱਗੇ ਨਹੀਂ ਜਾ ਪਾਏਗਾ। ਅਤੇ ਜੇ ਮਨ ਨੂੰ ਸਹਾਰਾ ਦੇਣਾ ਤਾਂ ਫਿਰ ਕਿਹਦਾ ਦਈਏ? ਗੁਰੂ ਦਾ ਸਹਾਰਾ ਦਈਏ। ਗੁਰੂ ਦੇ ਸਹਾਰੇ ਤੱਕ ਪਹੁੰਚਣ ਵਾਸਤੇ ਸਾਡੇ ਕੋਲ ਸਹਾਰਾ ਹੈ ਸਤ ਸੰਗਤ ਦਾ ਸਹਾਰਾ, ਸਾਧੂ ਸੰਗਤ ਦਾ ਸਹਾਰਾ, ਗੁਰਮੁਖ ਦਾ ਸਹਾਰਾ, ਭਲੇ ਪੁਰਖਾਂ ਦਾ ਸਹਾਰਾ। ਕਿਉਂਕਿ ਜਦੋਂ ਕਿਸੇ ਭਲੇ ਪੁਰਖ ਕੋ ਬੈਠਾਂਗੇ ਉਹ ਕਦੇ ਨਹੀਂ ਕਹੇਗਾ ਤੂੰ ਮੇਰੇ ਨਾਲ ਜੁੜ ਜਾ। ਭਲੇ ਪੁਰਖਾਂ ਦੀ ਪਹਿਚਾਣ ਕੀ ਹੈ? ਕਦੇ ਨਹੀਂ ਕਹਿਣਗੇ ਕਿ ਮੇਰੇ ਨਾਲ ਜੁੜ ਜਾਓ, ਨਹੀਂ, ਉਹ ਕਹਿਣਗੇ ਗੁਰੂ ਨਾਲ ਜੁੜ ਜਾਓ। ਅਤੇ ਜਿਹੜਾ ਕੋਈ ਵਿਅਕਤੀ ਕਹੇਗਾ ਨਾ ਤੁਸੀਂ ਮੈਨੂੰ ਸੁਣੋ, ਮੈਨੂੰ ਮੇਰੇ ਮਗਰ ਆਓ, ਭਾਵੇਂ ਗੁਰੂ ਦੀ ਬਾਣੀ ਪੜ੍ਹਦਾ ਪਿਆ ਹੋਵੇ, ਪਰ ਉਹਦਾ ਟਰੈਕ ਗਲਤ ਜੇ, ਉਹ ਗਾਹੇ ਬਗਾਹੇ ਸਾਨੂੰ ਗਲਤ ਰਾਹ 'ਤੇ ਲੈ ਚੱਲਿਆ ਹੈ। ਅਤੇ ਭਾਵੇਂ ਉਹਦਾ ਲਿਬਾਸ ਕਿਹੋ ਜਿਹਾ ਹੈ, ਭਾਵੇਂ ਕੁਝ ਹੋਰ ਵੀ ਪੜ੍ਹਦਾ ਕਿਉਂ ਨਾ ਹੋਵੇ, ਪਰ ਅਗਰ ਕਹੇ ਜਾ ਭਾਈ ਆਪਣੇ ਗੁਰੂ ਕੀ ਗੱਲ ਮੰਨ, ਅਤੇ ਸਮਝ ਲੈਣਾ ਉਹ ਸਾਡੇ ਲਈ ਚੰਗਾ ਹੈ। ਮਨ ਨੂੰ ਟਿਕਾਣਾ ਦੇਣਾ ਗੁਰੂ ਦਾ। ਅੱਗੇ ਜਾ ਕੇ ਬੜਾ ਪਿਆਰਾ ਬਚਨ ਪੜ੍ਹਨਾ, ਸੰਸਾਰ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ। ਇਸੇ ਕਰਕੇ ਕਿ ਕਬੀਰ ਆਸਾ ਕਰ ਗਏ ਰਾਮ ਕੀ, ਅਵਰ ਹੈ ਆਸ ਨਿਰਾਸ਼। ਆਸਾ ਕਰੀਏ, ਸਹਾਰਾ ਲਈਏ ਰਾਮ ਦਾ, ਵਾਹਿਗੁਰੂ ਜੀ ਦਾ, ਬਾਕੀਆਂ ਤੋਂ ਬਚ ਕੇ ਰਹੀਏ। ਗੁਰ ਚਰਨੀ ਮਨ ਲਾਗਾ। ਜਦੋਂ ਪ੍ਰਬੁੱਧਤਾ ਪ੍ਰਾਪਤ ਹੁੰਦੀ ਹੈ, ਗੁਰਸਿਆਖੀ ਦੇ ਸਦਕੇ ਅੰਦਰ ਚਾਨਣ ਹੁੰਦਾ ਹੈ, ਮਨ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ, ਅਜੇ ਬਲਵਾਨ ਤੇ ਨਹੀਂ ਹੋਇਆ ਨਾ, ਇਹਨੂੰ ਸਹਾਰਾ ਚਾਹੀਦਾ। ਤਾਂ ਹੁਣ ਇਹ ਗੁਰੂ ਕੇ ਚਰਨਾਂ ਨਾਲ ਜੁੜ ਗਿਆ। ਅਤੇ ਚੇਤਾ ਰੱਖਣਾ ਗੁਰੂ ਕੇ ਚਰਨ ਕਿਹੜੇ ਨੇ ਭਾਈ? ਸਰੀਰਕ ਚਰਨ ਤਾਂ ਆਪਾਂ ਪਛਾਣ ਲਏ, ਗੁਰੂ ਕਾ ਚਰਨ ਸ਼ਬਦ ਹੈ। ਪਿੱਛੇ ਪਾਠ ਕਰਦਿਆਂ ਆਪਣੇ ਕਦੇ ਪੜ੍ਹਿਆ ਹੋਵੇਗਾ, ਗੁਰੂ ਕੇ ਚਰਨ ਸ਼ਬਦ ਸਤਿਗੁਰ ਕੋ। ਗੁਰੂ ਕਾ ਚਰਨ ਜਿਹੜਾ ਹੈ ਸ਼ਬਦ ਸਤਿਗੁਰੂ ਕੋ, ਸਤਿਗੁਰੂ ਦਾ ਸ਼ਬਦ ਹੀ ਗੁਰੂ ਕਾ ਚਰਨ ਹੈ। ਹੁਣ ਚਰਨ ਦੇ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜ ਗਿਆ। ਗੁਰ ਚਰਨੀ ਮਨ ਲਾਗਾ, ਮਤਲਬ ਸ਼ਬਦ ਦੇ ਨਾਲ ਮਨ ਜੁੜ ਗਿਆ। ਹੁਣ ਜਦੋਂ ਵੀ ਮਨ ਨੂੰ ਘਰ ਪਰਿਵਾਰ ਸੰਸਾਰ 'ਚ ਕਿਤੇ ਕੋਈ ਲੋੜ ਪਏਗੀ, ਗੁਰੂ ਸ਼ਬਦ ਸਹਾਰਾ ਦੇਵੇਗਾ। ਅਸਾਂ ਵੇਖਿਆ ਹੁਣ ਆਪਣੇ ਆਪ, ਸ਼ਾਇਦ ਕਦੇ ਸਾਨੂੰ ਮਿਲਦਾ ਹੈ ਕੋਈ ਸਾਡੇ ਅੰਦਰ ਸਮੱਸਿਆ ਆ ਜਾਂਦੀ ਹੈ, ਅਸੀਂ ਕਿਸੇ ਸਮੱਸਿਆ ਦੇ ਕਰਕੇ ਪਰੇਸ਼ਾਨ ਹੁੰਦੇ ਹਾਂ, ਅਤੇ ਜਦੋਂ ਇਕਾਂਤ ਗੁਰੂ ਕਾ ਧਿਆਨ ਕਰਾਂਗੇ ਨਾ, ਗੁਰੂ ਕੀ ਕੋਈ ਬਾਣੀ ਦੀ ਤੁਕ ਸਾਡੇ ਅੰਦਰ ਸਾਨੂੰ ਸਹਾਰਾ ਰੋਸ਼ਨੀ ਵਾਂਗ ਨਜ਼ਰ ਆਏਗੀ। ਕਿਉਂਕਿ ਸਾਡਾ ਮਨ ਥੋੜ੍ਹਾ ਜਿਹਾ ਕਮਜ਼ੋਰ ਅਤੇ ਸਾਡਾ ਗਿਆਨ ਪੱਖ ਕਮਜ਼ੋਰ ਹੁੰਦਾ ਹੈ, ਅਸੀਂ ਉਸ ਰੋਸ਼ਨੀ ਦੀ ਕਿਰਨ ਨੂੰ, ਤੁਕ ਨੂੰ ਪਕੜ ਨਹੀਂ ਪਾ ਰਹੇ ਹੁੰਦੇ, ਅਤੇ ਅਸੀਂ ਇੱਧਰ ਉੱਧਰ ਭਟਕ ਜਾਂਦੇ ਹਾਂ। ਗੁਰੂ ਚਰਨਾਂ ਨਾਲ ਜੁੜ ਗਏ, ਫਿਰ ਕੀ ਹੋਏਗਾ? ਜਦੋਂ ਕੋਈ ਮਨ ਗੁਰੂ ਸ਼ਬਦ ਨਾਲ ਜੁੜ ਗਿਆ, ਸਭ ਤੋਂ ਪਹਿਲਾਂ ਇੱਕ ਚੀਜ਼ ਉਹਦੀ ਬਦਲ ਜਾਏਗੀ। ਤਾਂ ਜਮ ਕਾ ਮਾਰਗ ਭਾਗਾ, ਤਾਂ ਮਾਰਗ ਬਦਲ ਜਾਏਗਾ। ਕਿਉਂਕਿ ਜੀਵਨ ਵਿੱਚ ਦੋ ਹੀ ਰਾਹ ਨੇ, ਇੱਕ ਮਾਰਗ ਗੁਰੂ ਕੀ ਸੰਗਤ ਦਾ ਹੈ, ਇੱਕ ਮਾਰਗ ਜਮ ਦਾ ਹੈ। ਇੱਕ ਮਾਰਗ ਗੁਰੂ ਦਾ ਹੈ, ਇੱਕ ਮਾਰਗ ਜਮ ਦਾ ਹੈ। ਸਿਆਣੇ ਦਾਰਸ਼ਨਿਕ ਮੰਨਦੇ ਨੇ ਸਾਡੇ 'ਤੇ ਦੋ ਦ੍ਰਿਸ਼ਟੀਆਂ ਕੰਮ ਕਰਦੀਆਂ ਨੇ,
ਇੱਕ ਦ੍ਰਿਸ਼ਟੀ ਜਮ ਦੀ ਹੈ, ਇੱਕ ਦ੍ਰਿਸ਼ਟੀ ਗੁਰੂ ਦੀ ਹੈ। ਹੁਣ ਅਸੀਂ ਬਹੁਤੇ ਜੀ ਕਿੱਥੇ ਤੁਰੇ ਫਿਰਦੇ ਹਾਂ ਸਾਨੂੰ ਨਹੀਂ ਪਤਾ, ਪਰ ਸਾਡੇ ਸਿਆਣੇ ਹਮੇਸ਼ਾ ਹੀ ਮੱਤ ਦਿੰਦੇ, ਭਾਈ ਗੁਰੂ ਕੀ ਸੰਗਤ, ਗੁਰੂ ਕੀ ਸ਼ਰਨ ਪ੍ਰਾਪਤ ਕਰੋ। ਬੜਾ ਪਿਆਰਾ ਬਚਨ ਹੋਏਗਾ, ਮੇਰੇ ਤੇ ਮੇਰਾ ਸਤਿਗੁਰ ਕਿਰਪਾ ਕਰ ਦੇਵੇ ਤੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੇ। ਅਸੀਂ ਬਚਨ ਪੜ੍ਹੇ ਨਾ, ਮੈਨੂੰ ਆਪਣੀ ਸ਼ਰਨ ਚ ਲੈ ਲਏ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮੇਰੇ ਤੇ ਮੇਰਾ ਸਤਿਗੁਰ ਦਇਆ ਕਰੇ ਤੇ ਮੈਨੂੰ ਆਪਣੇ ਪਾਸੇ ਜੋੜ ਲਵੇ। ਫਿਰ ਦੁਹਰਾਦਿਆਂ, ਦੋ ਹੀ ਸਾਡੇ ਤੇ ਦ੍ਰਿਸ਼ਟੀਆਂ ਨੇ, ਦੋ ਹੀ ਸਾਡੇ ਮਾਰਗ ਨੇ। ਇੱਕ ਮਾਰਗ ਗੁਰੂ ਦਾ ਮਾਰਗ ਹੈ, ਇੱਕ ਮਾਰਗ ਮਾਇਆਵੀ ਮਾਰਗ ਕਹਿ ਦਿੱਤਾ ਜਾਂਦਾ ਹੈ, ਸੰਸਾਰੀ ਮਾਰਗ ਕਹਿ ਦਿੱਤਾ ਜਾਂਦਾ ਹੈ। ਯਾਦ ਰੱਖਣਾ, ਸੰਸਾਰੀ ਮਾਰਗ ਤੇ ਸੰਸਾਰੀ ਪੱਖ ਤੇ ਜਮ ਦਾ ਸਾਥ ਹੈ, ਉੱਥੇ ਜਮ ਵਰਤਦਾ ਹੈ। ਯਾਦ ਰੱਖਣਾ, ਜਗਾਉਂਦਾ ਗੁਰੂ ਵੀ ਹੈ ਤੇ ਸ਼ਾਇਦ ਸਮਝ ਆ ਜਾਏ ਜਗਾਉਂਦਾ ਜਮ ਵੀ ਹੈ। ਦੋਨਾਂ ਦੇ ਜਗਾਉਣ ਦੇ ਤਰੀਕੇ ਅਲੱਗ-ਅਲੱਗ ਨੇ ਤੇ ਦੋਨਾਂ ਦੇ ਨਤੀਜੇ ਵੀ ਅਲੱਗ-ਅਲੱਗ ਨੇ। ਜਗਾਉਂਦੇ ਗੁਰੂ ਵੀ ਨੇ, ਗੁਰੂ ਵੀ ਕਹਿ ਰਹੇ ਨੇ ਜਾਗੋ ਜਾਗੋ, ਜਗਾਉਂਦੇ ਨਾ ਚੇਤਨਾ ਕਰਕੇ, ਜਿਗ ਸ਼ਬਦ ਦੇ ਚੋਟਾਂ ਜਗਾਉਂਦੇ, ਪਰ ਚੇਤਨਾ ਜਮ ਜਗਾਉਂਦਾ ਹੈ, ਡੰਡਾ ਮਾਰ ਕੇ ਜਗਾਉਂਦਾ ਹੈ। ਸੁੱਤੇ ਪਏ ਨੂੰ ਤੇ ਕੋਈ ਵੀ ਨਾਲ ਲੈ ਕੇ ਨਹੀਂ ਚੱਲੇਗਾ ਨਾ, ਗੁਰੂ ਵੀ ਜਗਾ ਕੇ ਲੈ ਕੇ ਜਾਂਦੇ ਨੇ, ਗੁਰੂ ਯਾਤਰਾ ਕਰਾਉਂਦੇ ਨੇ, ਪਰ ਜਮ ਯਾਤਰਾ ਦੇ ਦਰਮਿਆਨ ਨਹੀਂ ਜਗਾਉਂਦਾ। ਜਮ ਉਦੋਂ ਜਗਾਉਂਦਾ ਹੈ ਜਦੋਂ ਸਮਾਂ ਮੁੱਕ ਚੁੱਕਾ ਹੁੰਦਾ ਹੈ। ਅਸੀਂ ਪੜ੍ਹਦੇ ਹਾਂ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੁੰਡ ਮੈਂ ਲਾਗੈ। ਜਗਾਉਂਦਾ ਤੇ ਜਮ ਵੀ ਹੈ। ਸਮਝ ਲਈਏ, ਅਸੀਂ ਇੱਕ ਪਲੇਟਫਾਰਮ 'ਤੇ ਹਾਂ, ਜਾਣਾ ਇੱਥੋਂ ਹੈ। ਹੁਣ ਮਰਜ਼ੀ ਹੈ ਗੁਰੂ ਕੀ ਗੱਡੀ 'ਤੇ ਚੜ੍ਹ ਜੀ, ਇਸੇ ਕਰਕੇ ਸਿਆਣੇ ਗੁਰੂ ਕਾ ਜਹਾਜ਼ ਕਹਿੰਦੇ ਨੇ। ਮਰਜ਼ੀ ਗੁਰੂ ਕੇ ਜਹਾਜ਼ ਚੜ੍ਹ ਜਾਈਏ, ਅਤੇ ਜੇ ਗੁਰੂ ਕੇ ਜਹਾਜ਼ 'ਚ ਨਾ ਚੜ੍ਹੇ ਤੇ ਜਾਣਾ ਤੇ ਫਿਰ ਵੀ ਇੱਥੋਂ ਪੈਣਾ ਹੈ। ਫਿਰ ਜਮ ਧੱਕਾ ਮਾਰ ਕੇ ਸੁੱਟ ਦੇਗਾ ਤੇ ਜਗ੍ਹਾ ਗੁਰੂ ਕੇ ਜਹਾਜ਼ ਚੜ੍ਹਦੀ ਹੈ। ਤਾਂ ਪਹਿਲਾ ਕੰਮ ਹੁੰਦਾ ਹੈ ਜਮ ਕਾ ਮਾਰਗ ਦਾ ਤਿਆਗ ਹੋ ਜਾਂਦਾ ਹੈ। ਹੁਣ ਜਾਣਾ ਤੇ ਹੈ, ਯਾਤਰਾ ਤੇ ਕਰਨੀ ਹੈ, ਚੱਲਣਾ ਤੇ ਹੈ, ਪਰ ਜਮ ਕਾ ਮਾਰਗ ਭਾਗਾ ਜਮ ਦੇ ਮਾਰਗ ਤੋਂ ਬਦਲ ਜਾਈਦਾ ਹੈ। ਹੁਣ ਗੁਰੂ ਦੇ ਮਾਰਗ 'ਤੇ ਤੁਰ ਪਏ, ਇਸੇ ਕਰਕੇ ਉਹਨੂੰ ਗੁਰੂ ਦੇ ਰਾਹ, ਗੁਰੂ ਕੇ ਪਾਂਧੀ ਕਿਹਾ ਜਾਂਦਾ ਹੈ। ਜਦੋਂ ਮਨ ਸ਼ਬਦ ਨਾਲ ਜੁੜਦਾ ਤੇ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਕਿ ਜਮ ਦਾ ਮਾਰਗ ਬਦਲ ਜਾਂਦਾ ਹੈ। ਅਸੀਂ ਜਮ ਦੇ ਰਸਤੇ ਤੋਂ ਬਦਲ ਗਏ। ਇੱਕ ਬੜਾ ਪਿਆਰਾ ਬਚਨ ਹੈ, ਜਦੋਂ ਇਸ ਰਸਤੇ 'ਤੇ ਤੁਰਦੇ ਨਾ ਸਾਰੇ ਜੀ, ਤੇ ਬਹੁਤੇ ਜੀਆਂ ਦੇ ਰਾਹ 'ਚ ਜਮ ਖਲੋਤਾ ਨਜ਼ਰ ਆਉਂਦਾ ਹੈ, ਪਰ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਆ ਉਹਨਾਂ ਦੇ ਬਾਬਤ ਗੁਰੂ ਕਾ ਬਚਨ ਹੈ, ਤੇ ਜਮ ਨਾ ਪੇਖੈ ਨੈਣ, ਉਹ ਇਹਨਾਂ ਨੇਤਰਾਂ ਦੇ ਰਾਹੀਂ ਫਿਰ ਜਮ ਨਹੀਂ ਦੇਖਦੇ, ਕਿਉਂਕਿ ਗੁਰੂ ਨਾਲ ਜੁੜ ਗਏ ਆ, ਉਹਨੂੰ ਜਮ ਨਹੀਂ ਦੇਖਦੇ। ਹੁਣ ਜਮ ਦਾ ਮਾਰਗ ਬਦਲ ਗਿਆ, ਜਮ ਕਾ ਮਾਰਗ ਦੂਰ ਰਹਿਓ, ਹੁਣ ਜਮ ਦਾ ਮਾਰਗ ਦੂਰ ਚਲਾ ਗਿਆ, ਹੁਣ ਸੰਤਾਂ ਕਾ ਮਾਰਗ ਆ ਗਿਆ। ਤਾਂ ਜਮ ਕਾ ਮਾਰਗ ਭਾਗਾ, ਤਾਂ ਜਮ ਦਾ ਮਾਰਗ ਤੋਂ ਬਚ ਗਏ। ਹੁਣ ਕੀ ਹੋਇਆ, ਜਦੋਂ ਜਮ ਦੇ ਮਾਰਗ ਤੋਂ ਬਚ ਗਏ ਤੇ ਰਾਹ ਬਣ ਗਿਆ, ਰਸਤਾ ਤੇ ਟਿਕ ਗਿਆ ਨਾ, ਭੈ ਵਿੱਚ ਨਿਰਭਉ ਪਾਇਆ। ਜੀ ਤੇ ਭੈ, ਭੈ ਵਿੱਚ ਦਾ ਇੱਥੇ ਮਤਲਬ ਸੰਸਾਰ ਸਾਗਰ, ਰਹਿ ਤੇ ਉੱਥੇ ਹੀ ਰਹੇ ਹਾਂ, ਰਸਤਾ ਬਦਲ ਗਿਆ। ਉਸੇ ਸ਼ਹਿਰ ਵਿੱਚ ਆ, ਉਸੇ ਦੁਨੀਆ ਦੇ ਵਿੱਚ ਆ, ਪਰ ਸਾਡਾ ਰਸਤਾ ਬਦਲ ਗਿਆ, ਸਾਡੀ ਦਿਸ਼ਾ ਬਦਲ ਗਈ ਹੈ। ਪਹਿਲਾਂ ਕੋਈ ਲਹਿੰਦੇ ਨੂੰ ਜਾਂਦਾ ਸੀ, ਹੁਣ ਚੜ੍ਹਦੇ ਨੂੰ ਜਾਂਦਾ ਹੈ। ਮਾਰਗ ਉਹੀ ਹੈ, ਕਦੇ ਕਦੇ ਸਮਝ ਸਕੀਏ। ਇੱਕ ਹੀ ਸੜਕ 'ਤੇ ਦੋਵਾਂ ਪਾਸਿਓਂ ਜਾਣ ਦੇ ਰਾਹ ਹੁੰਦੇ ਨਾ। ਹੁਣ ਅਸੀਂ ਜਿਸ ਪਾਸੇ ਵੀ ਤੁਰ ਪਵਾਂਗੇ, ਅਸੀਂ ਤਾਂ ਕਹਾਂਗੇ ਅਸੀਂ ਪਾਸੇ ਤੁਰੇ ਜਾ ਰਹੇ ਹਾਂ, ਪਰ ਅਸੀਂ ਆਪਣੀ ਮੰਜ਼ਿਲ ਦੀ ਜਾਂ ਤਾਂ ਨੇੜੇ ਜਾ ਰਹੇ ਹੋਵਾਂਗੇ ਅਤੇ ਜਾਂ ਆਪਣੀ ਮੰਜ਼ਿਲ ਤੋਂ ਦੂਰ ਜਾ ਰਹੇ ਹੋਵਾਂਗੇ। ਜਾ ਤੇ ਰਹੇ, ਮਾਰਗ ਇੱਕੋ ਹੀ ਹੈ, ਪਰ ਦਿਸ਼ਾ ਦਾ ਭੇਦ ਹੈ। ਬੜੀ ਪੁਰਾਣੀ ਇੱਕ ਦਾਰਸ਼ਨਿਕ ਗਾਥਾ ਹੈ ਜੋ ਇਤਿਹਾਸ ਨਾਲ ਸੰਬੰਧਿਤ ਹੈ। ਈਸਾਈ ਪਾਦਰੀ ਜੋ ਹਿੰਦੁਸਤਾਨ 'ਚ ਬੜਾ ਕੰਮ ਕੀਤਾ, ਉਸਨੇ C.F. ਐਂਡਰੂਜ਼ ਬੜਾ ਨਾਮ ਹੈ। ਉਸਨੇ ਜੇਲ੍ਹ 'ਚ ਖਾਸ ਕਰਕੇ ਕੈਦੀਆਂ ਵਾਸਤੇ, ਜਿਹੜੇ ਸਰਕਾਰਾਂ ਦੇ ਕੈਦੀ ਹੁੰਦੇ ਸੀ, ਉਹਨੇ ਬੜਾ ਕੰਮ ਕੀਤੇ, ਭਲੇ ਪੁਰ ਕੰਮ ਕੀਤੇ ਨੇ। ਉਹਨੂੰ ਦੀਨ ਬੰਧੂ ਐਂਡਰੂਜ਼ ਵੀ ਕਿਹਾ ਜਾਂਦਾ ਸੀ। ਗਰੀਬਾਂ ਦੀ, ਖਾਸ ਕਰਕੇ ਕੈਦੀਆਂ ਦੀ ਬੜੀ ਮਦਦ ਕਰਦਾ ਸੀ। ਇੱਕ ਵਾਰ ਮਨਾਲੀ ਘੁੰਮਣ ਚਲਾ ਗਿਆ। ਪਹਾੜਾਂ ਦੇ ਸ਼ੌਕ ਅਤੇ ਠੰਡਕ ਦੇ ਸ਼ੌਕ ਅੰਗਰੇਜ਼ ਰੱਖਦੇ ਨੇ। ਮਨਾਲੀ ਪਹਿਲੀ ਵਾਰ ਚਲਾ ਗਿਆ, ਜਾ ਕੇ ਕਿਸੇ ਹੋਟਲ ਟਿਕਾਣਾ ਕਰ ਲਿਆ, ਮੋਟਰ ਆਪਣੀ ਸੀ। ਸ਼ਾਮ ਦਾ ਵਕਤ ਆਇਆ, ਮਨ ਖਿਆਲ ਹੈ ਕਿ ਪਹਾੜ ਬੜੇ ਸੋਹਣੇ ਲੱਗਦੇ ਨੇ। ਮਨਾਲੀ ਦੇ ਬਾਰੇ ਸੁਣਿਆ ਕਿ ਸ਼ਾਮ ਬੜੀ ਖੂਬਸੂਰਤ ਸੁਹਾਵਣੀਆਂ ਹੁੰਦੀਆਂ ਨੇ, ਗਰਮੀ ਸਰਦੀ ਤੋਂ ਬਚੇ ਹੋਈਦਾ। ਚਲੋ ਬਾਹਰ ਸੈਲ ਕਰਨ ਲਈ ਜਾਂਦੇ ਹਾਂ। ਮੋਟਰ ਲਈ ਤੁਰ ਪਿਆ, ਕਿਉਂਕਿ ਪਹਿਲੀ ਵਾਰ ਇੱਧਰ ਆਇਆ ਸੀ, ਰਸਤੇ ਵੀ ਉੱਦਾਂ ਦੇ ਹੀ।
पहाड़ों ते तुरदा तुरदा काफ़ी दूर निकल गया। एक जगह जाके मैदान थोड़ा टिकाणा मिल गया, मोटर बंद करती, पत्थर ते बह गया। कुछ घड़ियाँ अपने मौज च बैठा रहा, अंधेरा हो गया। हुण उठिया तुरन लगा, ये भुल गया भी आया किधरों सा ते जाना किधर है। उदों किहड़ियां भी बत्तियां जगदियां सी, भी दूरों पता लगदा कि शहर किस पासे है। हुण समझ ना आवे जाना किधर है। रस्ता तो माड़ा मोटा पता लगता है, सड़क है, पर किहड़ी दिशा वाल जावां ये भुल गया। मोटर स्टार्ट की, जिधरों मोटर का मूँह सी राहे हौली हौली तुर पिया भी किते कोई मिलेगा, आखिर किते तो पहुँचागा ना। जदों काफ़ी दूर निकल गया तो सड़क के किनारे एक झुग्गी सी, उत्ते दीवा जगदा सी। इन्हें मोटर रोकी, औखा सौखा जाके कुंडा खड़काया। उत्थे घर दे जियां ने दरवाज़ा खोलिया। वो कोई माई बाहर आई। हुण इहनूं हिंदी इधर की भाषा नहीं आउंदी और उहनूं इहदी अंग्रेज़ी नहीं आउंदी। गलती करना चाहुंदे ने एक दूजे नाल, पर भाषा का डिक्का आ गया। पर चूँकि ये इधर रह चुका सी, लोगों नूं समझदा सी, इन्हें टुटी फुटी हौली हौली गल्लां बातां करदिआं उसनूं समझा दिता कि मैं मनाली जाना है, मैं राह भुल गया। इन्ना हुण दस ना सके कि की करा, इशारा करके कहण लगा भी दस मेरी किहड़ी लाइट मनाली वाले पासे नूं आ। ते उहने जो टैल लाइट हुंदी लाल बत्ती, उस पासे हत्थ ला के कहा भी इधर मनाली है। हुण मत्थे ते हत्थ मार के रो भी जिन्ना मैं चल के पहलां सैल करन लई गया सां 10-20 मील, उह तो अगांह किन्ना अंदर आ गया। इन्ना होर पैंडा दूर चला गया, अपनी मंजिल तो मैं इन्ना दूर चला गया। अपने हुण उत्थे पहुँचण लई मैनूं दिशा बदलनी पेगी, फिर तद जाके किते मैं अपने टिकाणे पहुँचांगा। सानूं समझ आ जाए असीं तुरे ते जा रहे हैं, यात्रा ते कर रहे हैं, पर अपनी मंजिल तो दूर जा रहे हैं। गुरु नानक साहब जी ने साडी दिशा बदली है, किरतां दी दिशा नहीं बदली। गुरु नानक साहब जी ने साडे कीरती दी दिशा बदलती, साडे बोल बदलते, साडे बोलां दे भाव बदल। सानूं लोकां नूं दसता, लोग हाय रब्बा करके बोलते, लोग हाय हाय करते। गुरु नानक कहण लगे नहीं, उठत बैठत सोवत तिहाईयै। लोग उठन लगे हाय कहते ने, लोग उठन लगे कोई ना कोई भैड़े बोल बोलते हैं, गुरु कहते नहीं वाहिगुरू बोल। लोग चलन लगे तकिया कलाम च गालियां कढ़ देंदे ने, गुरु नानक कहते ने वाहिगुरू बोल। तुरे जाते लोग टप्पे ते गिद्धे बोलते पता नहीं किहड़े किहड़े गीत गाउंदे ने, गुरु नानक कहते ने शब्द गाया कर, अपने बोलां नूं बदल दे। बोलां नूं बदलेगा तो जिंदगी की दिशा बदल जाएगी। असीं तुसीं बदल के तो देखिए, अपनी जुबान ते कंट्रोल ते करके देखिए, जीवन का बहुत सारा नक्शा बदल जाएगा। महाराज कहन लगे इस रहिंदे तो उत्थे ही उसे भै संसार विच ही हाँ, पर जिन जिहड़े शब्द नाल जुड़ गए, जिन्हां दे अंदर गुरु का ज्ञान वरतिया, भै विच रह ते संसार विच ही रहे हैं। भै ही सागर ही है, पर निरभव पाया। इस संसार सागर दे विच रहिंदियां होइयां भी उन्होंने परमात्मा नूं प्राप्त कर लिया। लोग इत्थे मौत प्राप्त करते हैं, पर उन्होंने जीवन नूं प्राप्त कर लिया है। तो उस प्लेटफार्म ते आ, उत्थे बैठे हाँ, एक दे पल्ले कुछ भी नहीं गा, ते एक दे पल्ले बहुत कुछ है। उसी जमात च बैठे हुए बच्चे एक 100% नंबर लैके आउंदा है ते एक नूं 0 मिलता है। उत्थे बैठे हुंदे ना, बेंचां स्कूल जमात सब इक्को ही हुंदा है, अध्यापक भी हो हुंदे, किताबां भी उही हुंदियां ने, ते कई बार सके भैन भरा भी हुंदे ने, मापे भी इक्को, इंतजाम भी इक्को, रोटी भी इक्को, सब कुछ एक है। पर एक बच्चा 100% लैके पास हो रहा है, तो एक बच्चा उत्थे 0 लैके फेल हो रहा है। असीं भी इदां दे ही हाँ, बस साडा परसेंटेज का ही फर्क है। रह उसे दुनिया च ही रहे हैं, उसे कहा कि गुरु नानक साहब जी उसे दुनिया च नहीं रहिंदे। लालो ते मलक भागो इक्के शहर च रहिंदे ने, याद रखना। लालो ते मलक भागो इक्के शहर च ही ने, और अज दे भी लालो ते अज दे भी मलक भागो इक्के शहर च ने। अज दे भी सिख ते संत इक्के शहर च ने, अज दे साखत उत्थे ही रहिंदे ने। सब कुछ इक्के थां ते, दुनिया नहीं बदलती, पर इस दुनिया छड्ड के भी नहीं सी जा सकते। कित्थे चले जाओगे? देश छोड़ के चले जाओगे, प्रदेश चले जाओगे, कि उत्थे नहीं कुछ मिलेगा। बड़ा प्यारा बच्चा ने ना, ऊहाँ तो जाइए जो इहाँ ना होए। कित्थे चले जाओगे? जह जाइए, जिथे जाओगे की मिलेगा? जल पाखान, जिथे जाओगे पानी मिल जाएगा, पत्थर मिल जाएगा, मिट्टी मिल जाएगी, हवा मिल जाएगी, आकाश मिल जाएगा। ये सब चीज़ां मिलणगियां, हर थां ते मिलणगियां। असीं इसनूं त्याग ही नहीं सकते। करना कि असीं कुछ नहीं बदल। इसे करके गुरु नानक साहब जी ने साडा बाहरला ढांचा बदलिया ही नहीं,
ਨਾ ਤੇ ਕਿਹਾ ਭਾਈ ਤੁਸੀਂ ਚਿੱਟੇ ਕਾਲੇ ਨੀਲੇ ਇੱਦਾਂ ਦੇ ਕੱਪੜੇ ਪਾਇਆ ਕਰੋ, ਨਾ ਤੇ ਕਿਹਾ ਭਾਈ ਤੁਸੀਂ ਕਿਰਤ ਬਦਲ ਦਿਓ। ਬਦਲਿਆ ਕੀ ਹੈ? ਗੁਰੂ ਨਾਨਕ ਕਹਿੰਦੇ ਕਰ ਬਦਲਣਾ ਹੈ ਨਾ ਤੇ ਆਪਣੀ ਕੀਰਤੀ ਨੂੰ ਬਦਲ, ਵਿਚਾਰ ਨੂੰ ਬਦਲ। ਤੋ ਦੁਨੀਆ ਦੀ ਸਿਫਤ ਕਰਦਾ ਹੈ, ਦੁਨੀਆ ਨਾ ਸਾਲਾਹੇ, ਦੁਨੀਆ ਨਾ ਸਾਲਾਹੇ ਕਿਉਂ? ਜੋ ਮਰਵੰਜ ਸੀ। ਲੋਕਾਂ ਨਾ ਸਾਲਾਹੇ ਜੋ ਮਰਖਾਕ ਥੀ। ਮਹਾਰਾਜ ਫਿਰ ਕੀ ਕਰਾਂ, ਬੋਲਣਾ ਤੇ ਹੈ ਨਾ। ਕਹਿਣ ਲੱਗੇ ਵਾਹ ਮੇਰੇ ਸਾਹਿਬਾ, ਵਾਹ 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 ਬੋਲ ਨਿਰੰਕਾਰ ਦੀ। ਨਿਰਭਉ ਪਾਇਆ ਹੁੰਦਾ ਹੈ, ਫਿਰ ਕੀ ਹੋਇਆ? ਤਾਂ ਜਦੋਂ ਨਿਰਭਉ ਪਦਵੀ ਮਿਲਦੀ, ਵਾਹਿਗੁਰੂ ਮਿਲਦਾ ਹੈ, ਤਾਂ ਸਹਿਜੈ ਕਹਿ ਕਰਿਆ ਹੈ, ਤਾਂ ਇਹ ਜੀਉ ਟਿਕ ਜਾਂਦਾ ਹੈ ਸਹਿਜ ਦੇ ਵਿੱਚ। ਪਣਤ ਨਾਨਕ ਬੂਝੇ ਕੋ ਵਿਚਾਰੀ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਇੱਕ ਗੱਲ ਦੱਸਾਂ, ਇਸ ਗੱਲ ਨੂੰ ਵੀ ਕੋਈ ਬਿਰਲਾ ਹੀ ਸਮਝਦਾ ਜੀ, ਜਿਹਨੂੰ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ। ਬਾਣੀ ਸੀ ਸਾਰੇ ਪੜ੍ਹਦੇ ਹਾਂ, ਅੱਖਰੀ ਅਰਥ ਵੀ ਆਪਾਂ ਪੜ੍ਹ ਲੈਂਦੇ ਹਾਂ, ਪਰ ਬਾਣੀ ਦੀ ਵਿਚਾਰ ਸਾਡੇ ਕਿਸੇ ਬਿਰਲੇ ਦੇ ਖਾਨੇ 'ਚ ਪੈਂਦੀ ਹੈ। ਬਾਣੀ ਬਿਰਲੋ ਵਿਚਾਰ ਸੀ। ਕੌਣ ਵਿਚਾਰਦਾ? ਜੇ ਕੋ ਗੁਰਮੁਖ ਹੋਏ। ਅੱਖਰੀ ਅਰਥ ਮੇਰੇ ਵਰਗਾ ਵੀ ਪੜ੍ਹੀ ਜਾਂਦਾ, ਸੁਣੇ ਵੀ ਜਾਂਦਾ, ਸੁਣਾਈ ਵੀ ਜਾਂਦਾ, ਪਰ ਬਾਣੀ ਦੀ ਜੋ ਵਿਚਾਰ ਹੈ ਉਹਨੂੰ ਹੀ ਪ੍ਰਾਪਤ ਹੁੰਦੀ ਜੋ ਗੁਰਮੁਖ ਬਣਦਾ ਹੈ। ਗੁਰਮੁਖ ਲਿਬਾਸ ਨਹੀਂ, ਅਵਸਥਾ ਹੈ। ਕੋ ਵਿਚਾਰੀ, ਕੋ ਸਿਆਣਾ ਹੀ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਇਸ ਜਗ ਮੈਂ ਕਰਨੀ ਸਾਰੀ। ਫਿਰ ਕਹਿਣ ਲੱਗੇ ਭਾਈ ਜਗਤ ਵਿੱਚ ਸਭ ਤੋਂ ਉੱਤਮ ਕੀ ਹੈ? ਕਰਨੀ ਸਾਰੀ, ਸ਼੍ਰੇਸ਼ਟ ਕਰਨੀ ਹੀ ਪ੍ਰਧਾਨ ਹੈ। ਇੱਥੇ ਕਰਨੀ ਪ੍ਰਧਾਨ ਹੈ, ਇੱਥੇ ਬਾਹਰਲਾ ਹੋਰ ਕੁਝ ਵੀ ਪ੍ਰਧਾਨ ਨਹੀਂ, ਕਰਨੀ ਹੀ ਪ੍ਰਧਾਨ ਹੈ। ਕਰਨੀ ਨੇ ਹੀ ਸਾਨੂੰ ਅੱਗੇ ਦੇਣਾ। ਕਰਨ ਦਾ ਮਤਲਬ ਜੋ ਅਸੀਂ ਸਾਡੀ ਕਰਮ ਨੇ, ਜੋ ਕਿਰਤ ਕਰਦਿਆਂ ਕਰਦਿਆਂ ਕਰਮ ਹੁੰਦਾ ਹੈ, ਅਤੇ ਕਰਨੀ ਕੀਰਤ ਹੋਈ, ਕਿਤੇ ਕਰਨੀ ਹੀ ਕੀਰਤ ਹੋ ਜਾਏ। ਅਸੀਂ ਵਾਜੇ ਤਬਲੇ ਲੈ ਕੇ ਕੀਰਤ ਕਰਦੇ ਹਾਂ ਨਾ, ਕੀਰਤਨ ਕਰਦੇ ਹਾਂ, ਕਿਤੇ ਸਾਡੀ ਕਰਨੀ ਹੀ ਕੀਰਤਨ ਹੋ ਜਾਏ। ਸਾਡੀ ਕਰਨੀ, ਸਾਡੀ ਕਿਰਿਆਵਾਂ, ਸਾਡੀ ਕਿਰਤ ਤੇ ਕਰਮ ਹੀ ਪ੍ਰਭੂ ਦੀ ਉਸਤਤ ਹੋ। ਜਿਹਨੂੰ ਕਹਿੰਦੇ ਕਿਰਤ ਕਰ ਤੇ ਨਾਮ ਜਪ ਜੋੜੇ ਨੂੰ। ਜਿਨ੍ਹਾਂ ਦੀ ਕਰਨੀ ਕੀਰਤ ਹੋ ਜਾਂਦੀ ਹੈ ਤੇ ਜਾਪੇ ਮਿਲਿਆ ਸੋਈ ਕਦੋਂ ਹੁੰਦੀ? ਜਦੋਂ ਮਿਲ ਜਾਂਦਾ। ਗੁਰਦੇਵ ਕਿਰਪਾ ਕਰਨ ਅਸੀਂ ਜੀਵਨ 'ਚ ਸ਼ਬਦ ਨੂੰ ਪਾ ਸਕੀਏ, ਸ਼ਬਦ ਨੂੰ ਪ੍ਰਾਪਤ ਕਰ ਸਕੀਏ, ਸਾਡਾ ਮਨ ਨਿਰਮਲ ਹੋ ਸਕੇ, ਤੇ ਫਿਰ ਅਗਲੀਆਂ ਵਾਰ ਬਰਕਤਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਹੋਣ। ਸਾਡੀ ਕਰਨੀ ਵੀ ਕਿਤੇ ਕੀਰਤੀ ਬਣ ਜਾਏ, ਸਾਨੂੰ ਵੱਖਰੇ ਦੀ ਜ਼ਰੂਰਤ ਹੀ ਨਾ ਪਏ। ਹੋਸੈ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਏ। ਅਸੀਂ ਹਰ ਕਰਮ ਦੇ ਵਿੱਚ, ਹਰ ਕੀਰਤ ਦੇ ਵਿੱਚ ਸ਼ਬਦ ਪਾ ਲਈਏ, ਵਾਹਿਗੁਰੂ ਸ਼ਬਦ ਦਾ ਜਪ ਅਭਿਆਸ ਹੋ ਸਕੇ। ਇਹ ਤਿੰਨ ਕੁ ਵਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ